ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਸਾਬਕਾ ਆਈਐਸ ਸਰਦਾਰ ਗੁਰਤੇਜ ਸਿੰਘ ਮੌਜੂਦ ਨੇ। ਉਹਨਾਂ ਹਾਲਾਤਾਂ ਉੱਤੇ ਗੱਲ ਕਰਾਂਗੇ ਜਿਹੜੇ ਅੱਜ ਪੰਥਕ ਧਾਰਮਿਕ ਸਭਾ ਦੇ ਵਿੱਚ ਤੇ ਸਿਆਸਤ ਦੇ ਵਿੱਚ ਕਾਫੀ ਚਰਚਾ ਵਿੱਚ ਨੇ, ਜਿੱਥੇ ਇੱਕ ਪਾਸੇ ਅਮਰਤਪਾਲ ਸਿੰਘ ਦਾ ਉਭਾਰ ਹੈ ਤੇ ਦੂਜੇ ਪਾਸੇ ਭਿੰਡਰਾਂਵਾਲਿਆਂ ਦੇ ਨਾਲ ਉਹਨਾਂ ਦੀ ਤੁਲਨਾ ਕਰਨਾ ਜਾਂ ਉਸ ਦੌਰ ਦੇ ਨਾਲ ਇਸ ਦੌਰ ਦੀ ਤੁਲਨਾ ਕਰਨਾ, ਇਹ ਸਾਰੇ ਸਵਾਲ ਨੇ। ਉਧਰੋਂ ਰਾਮ ਰਹੀਮ ਦਾ ਇੱਕ ਵਾਰ ਫੇਰ ਪੈਰੋਲ ਤੇ ਆਉਣਾ, ਚਰਚਾਵਾਂ ਚੱਲ ਰਹੀਆਂ ਕਿ ਅਗਲੇ ਦਿਨਾਂ 'ਚ ਪੈਰੋਲ ਤੇ ਆ ਸਕਦਾ ਰਾਮ ਰਹੀਮ। ਤਾਂ ਉਹਦਾ ਕਿਸ ਤਰੀਕੇ ਨਾਲ ਅਸਰ ਪੈਂਦਾ, ਕਿਉਂਕਿ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਜਾਂ ਬੰਦੀ ਸਿੰਘਾਂ ਨੂੰ ਪੈਰੋਲ ਤੇ ਨਹੀਂ ਭੇਜਿਆ ਜਾਂਦਾ ਜਦੋਂ, ਤਾਂ ਇਸ ਤਰ੍ਹਾਂ ਦੇ ਸਵਾਲ ਬਹੁਤ ਖੜੇ ਹੁੰਦੇ ਨੇ। ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ ਖਾਲਿਸਤਾਨੀ ਰੈਫਰੈਂਡਮ ਦੀ ਵੀ ਗੱਲ ਕਰਾਂਗੇ, ਜਿੱਥੇ ਕਾਫੀ ਭਾਰਤ ਸਰਕਾਰ ਨੇ ਆਪਣਾ ਇਤਰਾਜ਼ ਦਿਖਾਇਆ, ਪਰ ਟਰੂਡੋ ਸਾਹਿਬ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ, ਉਹ ਕਹਿੰਦੇ ਨੇ ਕਿ ਸਾਡੇ ਇੱਥੇ ਜਿਹੜਾ ਰਾਈਟ ਟੂ ਸਪੀਚ ਹੈ, ਜਦੋਂ ਤੱਕ ਕੋਈ ਵੀ ਇਸ ਤਰੀਕੇ ਕਾਨੂੰਨ ਹੱਥ ਦੇ ਵਿੱਚ ਨਹੀਂ ਲੈਂਦਾ ਉਦੋਂ ਤੱਕ ਕੋਈ ਕਾਰਵਾਈ ਨਹੀਂ ਹੁੰਦੀ। ਇਸ ਕਰਕੇ ਪਿਛਲੇ ਜਿਹੜਾ ਇਸੇ ਸਾਲ ਸਤੰਬਰ ਦੇ ਮਹੀਨੇ ਦੇ ਵਿੱਚ, ਪਿਛਲੇ ਮਹੀਨੇ ਜਿਹੜਾ ਉੱਥੇ ਰੈਫਰੈਂਡਮ ਹੋਇਆ ਸੀ ਤੇ ਹੁਣ ਫਿਰ ਨਵੰਬਰ ਦੇ ਵਿੱਚ ਹੋਣ ਜਾ ਰਿਹਾ, ਪਰ ਭਾਰਤ ਸਰਕਾਰ ਇਸ ਤੇ ਲਗਾਤਾਰ ਇਤਰਾਜ਼ ਜਤਾ ਰਹੀ ਹੈ। ਸਵਾਗਤ ਹੈ ਤੁਹਾਡਾ ਗੁਰਤੇਜ ਸਿੰਘ ਜੀ। ਥੈਂਕ ਯੂ ਸੁਖਵਿੰਦਰ ਜੀ। ਧੰਨਵਾਦ। ਗੁਰਤੇਜ ਸਿੰਘ ਜੀ, ਸਵਾਲ ਉਹੀ ਪਹਿਲਾ ਜਿਹੜਾ ਸ਼ੁਰੂ ਕਰੀਏ ਕਿ ਅਮਰਤਪਾਲ ਸਿੰਘ ਦੇ ਭਾਸ਼ਣ ਤੇ ਭਿੰਡਰਾਂਵਾਲਿਆਂ ਦਾ ਜਦੋਂ ਦੌਰ ਰਿਹਾ, ਜੋ ਕੁਝ ਉਹ ਕਹਿੰਦੇ ਰਹੇ, ਅੱਜ ਲੋਕਾਂ ਨੂੰ ਏਦਾਂ ਲੱਗਦਾ ਹੈ ਕਿ ਅਮਰਤਪਾਲ ਸਿੰਘ ਵੀ ਉਹੀ ਕੁਝ ਕਰ ਰਿਹਾ, ਉਹੀ ਕੁਝ ਕਹਿ ਰਿਹਾ, ਜਿਹਦੇ ਨਾਲ ਕਿਤੇ ਨਾ ਕਿਤੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਕਿਤੇ ਉਹ ਦੌਰ ਫਿਰ ਤੋਂ ਨਾ ਦੇਖਣਾ ਪੈ ਜੇ। ਸੁਖਵਿੰਦਰ ਜੀ, ਜਾਪਦਾ ਇਹ ਹੈ ਕਿ ਅਮਰਤਪਾਲ ਜੀ ਕਾਫੀ ਗੱਲਾਂ ਸੰਤ ਜਰਨੈਲ ਸਿੰਘ ਵਾਲੀਆਂ ਹੀ ਰਿਪੀਟ ਕਰ ਰਹੇ ਨੇ ਔਰ ਉਸੇ ਤਰ੍ਹਾਂ ਹੀ ਉਸ ਤਰ੍ਹਾਂ ਦਾ ਰਵੱਈਆ ਵੀ ਇਖਤਿਆਰ ਕੀਤਾ ਹੋਇਆ ਹੈ। ਔਰ ਉਹ ਲੇਕਿਨ ਜਿਹੜੀ ਇਹਨਾਂ ਦੀ ਸਾਰੀ ਅਪਰੋਚ ਹੈ, ਬਹੁਤ ਸ਼ੈਲੋ ਅਪਰੋਚ ਮੈਨੂੰ ਲੱਗਦੀ ਹੈ ਤੇ ਗੁਰਬਾਣੀ ਦਾ ਗਿਆਨ ਇਹਨਾਂ ਨੂੰ ਬਿਲਕੁਲ ਨਹੀਂ ਲੱਗਦਾ। ਜਿਸ ਤਰ੍ਹਾਂ ਦੇ ਇਹ ਪ੍ਰਪੋਜ਼ਲ ਦੇ ਰਹੇ ਆ ਉਹ ਸਾਰੇ ਦੇ ਸਾਰੇ ਗਲਤ ਹਨਗੇ। ਜਿਸ ਤਰ੍ਹਾਂ ਕਿ ਸੰਤ ਜਰਨੈਲ ਸਿੰਘ ਜੀ ਨੇ ਕਦੇ ਵੀ ਖਾਲਿਸਤਾਨ ਦੀ ਗੱਲ ਨਹੀਂ ਸੀ ਕੀਤੀ, ਇਹਨਾਂ ਨੇ ਆ ਕੇ ਸ਼ੁਰੂ ਹੀ ਉੱਥੋਂ ਕੀਤਾ ਹੈ। ਤੇ ਜਿਹੜੀ ਇਹ ਸਿਰ ਦੇਣ ਦੀਆਂ ਗੱਲਾਂ ਕਰਦੇ ਆ, ਕਈ ਸਾਰਾ ਕੁਝ ਇਹਦੇ ਵਿੱਚ ਲੱਗਦਾ ਮੈਨੂੰ ਕਿ ਹੁਣ ਦੇਖੋ, ਇਹ ਕਹਿੰਦੇ ਆ ਜੀ ਅਸੀਂ ਗੁਰੂ ਦਾ ਹੁਕਮ ਮੰਨਣਾ ਹੈ, ਪਰ ਇਹ ਪਹਿਲਾਂ ਇਹਨਾਂ ਨੂੰ ਇਹ ਡਿਫਾਈਨ ਕਰਨਾ ਚਾਹੀਦਾ ਹੈ ਕਿ ਗੁਰੂ ਸਾਡਾ ਕੌਣ ਹੈ। ਜੇ ਗੁਰੂ ਗ੍ਰੰਥ ਹੈ ਗੁਰੂ ਤੇ ਹੋਰ ਕੋਈ ਗੁਰੂ ਨਹੀਂ ਹੈ, ਤਾਂ ਫਿਰ ਉਹਨਾਂ ਲੋਕਾਂ ਦਾ ਆਸ਼ੀਰਵਾਦ ਕਿਉਂ ਹਾਸਲ ਕਰ ਰਹੇ ਨੇ ਜਿਹੜੇ ਲੋਕ ਗੁਰੂ ਗ੍ਰੰਥ ਦਾ ਸ਼ਰੀਕ ਉਸਾਰਨ ਦੀ ਕੋਸ਼ਿਸ਼ ਕਰ ਰਹੇ ਹੈ ਔਰ ਉਹਨਾਂ ਨੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਕੀਤਾ ਹੋਇਆ ਹੈ, ਜਿਸ ਤਰ੍ਹਾਂ ਬਾਬਾ ਧੁੰਮਾ ਹੈ ਜਾਂ ਜਿਸ ਤਰ੍ਹਾਂ ਮਾਨ ਹੈ ਜਿਹੜਾ ਕਿ ਇਸ ਨੂੰ ਇਸ ਦੂਸਰੇ ਗ੍ਰੰਥ ਨੂੰ ਮੰਨਦਾ ਹੈ। ਤਾਂ ਫਿਰ ਉਸ ਦੇ ਬਾਰੇ ਗੱਲ ਨਹੀਂ ਉਹਨਾਂ ਨੂੰ ਸੋਚਣੀ ਚਾਹੀਦੀ। ਦੂਸਰਾ, ਇਹ ਕਹਿੰਦੇ ਮੈਂ ਗੁਰੂ ਦਾ ਹੁਕਮ ਮੰਨ ਰਿਹਾ, ਕਈ ਵਾਰੀ ਇਹ ਕੋਟ ਕਰਦੇ ਨੇ। ਹੁਣ ਗੁਰੂ ਦਾ ਹੁਕਮ ਕੀ ਹੈ? ਜੇ ਤੁਸੀਂ ਕੋਈ ਵੀ ਗੁਰਬਾਣੀ ਦੀ ਤੁਕ ਧਿਆਨ ਨਾਲ ਪੜ੍ਹ ਲਓ ਤਾਂ ਤੁਹਾਨੂੰ ਗੁਰੂ ਦਾ ਹੁਕਮ ਕਲੀਅਰ ਹੋ ਜਾਏਗਾ। ਜੇ ਸਿਰਫ ਤੁਸੀਂ ਜਿਹੜਾ ਆਨੰਦ ਸਾਹਿਬ ਹੈ ਮਹੱਲੇ ਤੀਜੇ ਦਾ ਰਾਗ ਰਾਮਕਲੀ ਦੇ ਵਿੱਚ, ਜੇ ਤੁਸੀਂ ਉਸੇ ਨੂੰ ਸਟੱਡੀ ਕਰ ਲਓ ਚੰਗੀ ਤਰ੍ਹਾਂ ਤਾਂ ਤੁਹਾਨੂੰ ਸਾਰੀ ਗੱਲ ਕਲੀਅਰ ਹੋ ਜਾਏਗੀ। ਜਿਵੇਂ ਕਿ ਪਹਿਲਾਂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸਾਚੀ ਬਾਣੀ। ਬਾਣੀ ਤਾਂ ਗਾਵੋ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਸਾਰੀਆਂ ਬਾਣੀਆਂ ਦੇ ਉੱਤੋਂ ਦੀ ਇਹ ਬਾਣੀ ਸੱਚੇ ਪਾਤਸ਼ਾਹ ਦੀ ਹੈ, ਸੱਚੇ ਗੁਰੂ ਦੀ ਹੈ, ਇਹ ਸੱਚੀ ਬਾਣੀ ਹੈ। ਤੇ ਫਿਰ ਅਗਲੀ ਇਹ 23ਵੀਂ ਪੌੜੀ ਦੇ ਵਿੱਚ ਫਰਮਾਉਂਦੇ ਨੇ ਤੇ 24ਵੀਂ ਪੌੜੀ ਦੇ ਵਿੱਚ ਫਰਮਾਉਂਦੇ ਨੇ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਤੇ ਅੰਮ੍ਰਿਤਪਾਲ ਜੀ ਹਰ ਵਾਰ ਇਹ ਕੋਟ ਕਰਦੇ ਨੇ ਕਿ ਜੀ ਇਹ ਬਿਨਾਂ ਰਾਜ ਨਹੀਂ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਇਹ ਤਾਂ ਕਿਤੇ ਗੁਰਬਾਣੀ ਦੇ ਵਿੱਚ ਲਿਖਿਆ ਆਉਂਦਾ ਨਹੀਂ। ਕੱਚੀ ਬਾਣੀ ਦੇ ਉੱਤੇ ਟੇਕ ਰੱਖ ਕੇ ਜੇ ਤੁਸੀਂ ਮਹਿਲ ਉਸਾਰੋਗੇ ਤਾਂ ਰੇਤ ਦਾ ਮਹਿਲ ਉਸਰੇਗਾ ਔਰ ਉਹ ਢਹਿ ਢੇਰੀ ਹੋ ਜਾਏਗਾ ਤੁਰੰਤ। ਫਿਰ ਇਹ ਕਹਿੰਦੇ ਆ ਜੀ ਅੰਮ੍ਰਿਤ ਛਕ ਕੇ ਜੀ ਤੁਸੀਂ ਜਿਹੜਾ ਸਿਰ ਦੇਣ ਵਾਸਤੇ ਤਿਆਰ ਹੋ ਜਾਓ। ਹੁਣ ਜਿਹਨੇ ਅੰਮ੍ਰਿਤ ਛਕਾਇਆ ਹੈ ਗੁਰੂ ਨੇ, ਉਹ ਤਾਂ ਅੰਮ੍ਰਿਤ ਨੂੰ ਇਸ ਤਰ੍ਹਾਂ ਨਹੀਂ ਸਮਝਦਾ, ਉਹ ਤਾਂ ਹੋਰ ਗੱਲ ਕਹਿ ਰਹੇ ਨੇ। ਜਿਸ ਤਰ੍ਹਾਂ ਕਿ ਜੇ ਤੁਸੀਂ ਸਿਰਫ ਆਨੰਦ ਸਾਹਿਬ ਨੂੰ ਹੀ ਪੜ੍ਹੋ ਤਾਂ ਵੀ ਉੱਥੇ ਲਿਖਿਆ ਹੋਇਆ ਹੈ ਕਿ ਸੁਰਨਨ ਮੁਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਤੇ ਅੰਮ੍ਰਿਤ ਕੀ ਹੈ? ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਇਹ ਸੱਚੇ ਨੂੰ ਮਨ ਦੇ ਵਿੱਚ ਵਸਾ ਲੈਣਾ ਹੀ ਅੰਮ੍ਰਿਤ ਹੈ।
ਔਰ ਇਸ ਦੀ ਫਾਰਮਲਾਈਜੇਸ਼ਨ ਇਹ ਅੰਮ੍ਰਿਤ ਜਿਹੜਾ ਛਕਾਉਣ ਦਾ ਸਿਲਸਿਲਾ ਸੀ ਇਹ ਗੁਰੂ ਨਾਨਕ ਤੋਂ ਸ਼ੁਰੂ ਹੋ ਚੁੱਕਿਆ ਸੀ ਤੇ 10ਵੇਂ ਪਾਤਸ਼ਾਹ ਨੇ ਇਸ ਨੂੰ ਫਾਰਮਲਾਈਜ਼ ਕੀਤਾ ਤਾਂ ਕਿ ਇਸ ਦਾ ਇੱਕ ਬਾਹਰਲਾ ਜਿਹੜਾ ਅੰਗ ਹੈ ਉਹ ਪ੍ਰਗਟ ਕੀਤਾ ਤਾਂ ਕਿ ਗੁਰਗੱਦੀ ਖਤਮ ਹੋਣ ਤੋਂ ਬਾਅਦ ਜਿਹੜੇ ਇੱਕ ਮਨੁੱਖਤਾ ਦੀ ਜਿਹੜੇ ਗੁਰੂ ਰੂਪ ਮਨੁੱਖ ਦੇ ਰੂਪ ਦੇ ਵਿੱਚ ਗੁਰੂ ਆਉਂਦੇ ਸਨ ਉਸ ਦੇ ਖਤਮ ਹੋਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਤੇ ਇਹ ਇਸ ਅੰਮ੍ਰਿਤ ਦੇ ਵਿੱਚ ਯਕੀਨ ਦਰਸਾਇਆ ਜਾ ਸਕੇ। ਉਹ ਜਿਹੜਾ ਇਹ ਆਪਣੀ ਆਸਥਾ ਦੱਸਣੀ ਹੈ ਅੰਮ੍ਰਿਤ ਦੇ ਵਿੱਚ ਔਰ ਅੰਮ੍ਰਿਤ ਨੂੰ ਮਨ ਦੇ ਵਿੱਚ ਵਸਾਉਣਾ ਉਹ ਉਸ ਨੂੰ ਹੀ ਅੰਮ੍ਰਿਤ ਸਮਝ ਕੇ ਤੇ ਲੋਕਾਂ ਦੇ ਵਿੱਚ ਪ੍ਰਚਾਰ ਕਰ ਰਹੇ। ਇਹਦਾ ਮਤਲਬ ਉਹਨਾਂ ਨੂੰ ਗੁਰਬਾਣੀ ਦੀ ਬਹੁਤੀ ਅਜੇ ਤਾਈਂ ਸਮਝ ਨਹੀਂ ਆਈ। ਫਿਰ ਹੁਣ ਇਸ ਦੀ ਅੰਮ੍ਰਿਤ ਦੀ ਰਹਿਤ ਕੀ ਹੈ ਕਿ ਸਿਰ ਦੇਣਾ ਤੇ ਸਿਰ ਲੈਣਾ ਤੇ ਸਿਰ ਦੇਣ ਵਾਸਤੇ ਤਿਆਰ ਰਹਿਣਾ ਹੀ ਤਾਂ ਇਕੱਲੀ ਰਹਿਤ ਨਹੀਂ ਹੈਗੀ। ਉਸ ਦੇ ਵਿੱਚ ਤਾਂ ਬਹੁਤ ਸਾਰਾ ਕੁਝ ਹੈ। ਜੇ ਸਿਰਫ ਅਸੀਂ ਆਨੰਦ ਸਾਹਿਬ ਹੀ ਦੇਖੀਏ ਤਾਂ ਜੀਆ ਜੰਤ ਸਭ ਤੋਂ ਪਾਏ ਇਹ ਗੁਰੂ ਸਾਹਿਬ ਕਹਿੰਦੇ ਨੇ ਕਿ ਸਭ ਤੋਂ ਪਹਿਲੀ ਰਹਿਤ ਇਹ ਹੈ ਕਿ ਜੀਆ ਜੰਤ ਸਾਰੇ ਪ੍ਰਮਾਤਮਾ ਦੇ ਉਪਜਾਏ ਹੋਏ ਨੇ, ਕਿਸੇ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਰੱਖਣਾ ਚਾਹੀਦਾ। ਫਿਰ ਕਹਿੰਦੇ ਆ ਲਵ ਲੋਭ ਅਹੰਕਾਰ ਚੁੱਕਾ, ਇਹ ਲਵ ਲੋਭ ਅਹੰਕਾਰ ਸਾਰਾ ਕੁਝ ਇਹ ਛੱਡਣਾ ਚਾਹੀਦਾ ਹੈ। ਫਿਰ ਇਹ ਕਹਿੰਦੇ ਨੇ ਕਿ ਭਗਤਾਂ ਕੀ ਚਾਲ ਨਿਰਾਲੀ, ਲਵ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਹਾਂਜੀ, ਇਹ ਜਿਹੜੇ ਲਵ ਲੋਭ ਅਹੰਕਾਰ ਤ੍ਰਿਸ਼ਨਾ ਨੂੰ ਤਜ ਕੇ ਤੇ ਬਹੁਤ ਨਹੀਂ ਬੋਲਣਾ। ਤੇ ਇਹ ਵੀ ਅੰਮ੍ਰਿਤਪਾਲ ਜੀ ਦੇ ਬਹੁਤਾ ਢੁਕਦਾ ਨਹੀਂ। ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਉਹਨਾਂ ਦੇ ਵਿੱਚ ਉਹ ਜਿਹੜਾ ਪ੍ਰਮਾਤਮਾ ਦੀ ਜਿਹੜਾ ਇੱਕ ਅੰਸ਼ ਹੈ ਉਹ ਸਮਾ ਜਾਂਦਾ ਹੈ। ਜਿਨ੍ਹਾਂ ਨੇ ਆਪਣਾ ਆਪ ਤਜ ਦਿੱਤਾ ਹੋਵੇ ਤਾਂ ਤੁਸੀਂ ਆਪਣੇ ਆਪ ਨੂੰ, ਸਰੀਰ ਨੂੰ, ਸਿਰ ਨੂੰ, ਸਾਰਾ ਕੁਝ ਪ੍ਰਮਾਤਮਾ ਦੇ ਹਵਾਲੇ ਕਰ ਦੇਣਾ ਹੈ। ਫਿਰ ਉਹ ਕਹਿੰਦੇ ਨੇ ਕਿ ਬਿਨ ਹਰ ਅਵਰ ਨਾ ਦੇਖੋ ਕੋਈ, ਤੁਸੀਂ ਸਾਰੇ ਸੰਸਾਰ ਦੇ ਵਿੱਚ ਪ੍ਰਮਾਤਮਾ ਤੋਂ ਬਿਨਾਂ ਕਿਸੇ ਨੂੰ ਨਹੀਂ ਦੇਖਣਾ ਕਿਉਂਕਿ ਉਹ ਸਾਰੀ ਸ੍ਰਿਸ਼ਟੀ ਉਸੇ ਦੇ ਵਿੱਚ ਸਮਾਈ ਹੋਈ ਆ, ਉਸੇ ਦਾ ਰੂਪ ਹੈ, ਉਹੀ ਪ੍ਰਗਟ ਹੋ ਰਿਹਾ ਹੈ। ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਹਰ ਕਾ ਰੂਪ ਨਜ਼ਰੀ ਆਇਆ। ਸੋ ਇਹ ਇੰਨਾ ਕੁਛ ਹੁੰਦਿਆਂ ਹੋਇਆਂ ਉਹ ਸਿਰਫ ਪੇਤਲੀ ਜੀ ਗੱਲ ਅੰਮ੍ਰਿਤ ਦੀ ਕਰਦੇ ਨੇ ਤੇ ਜਿਹੜੀ ਕਿ ਜਿਸ ਤਰ੍ਹਾਂ ਸੰਤ ਜਰਨੈਲ ਸਿੰਘ ਨਹੀਂ ਸੀ ਕਰਦੇ ਉਹ ਸਾਰੀਆਂ ਗੱਲਾਂ ਸਮਝਾ ਕੇ ਕਰਦੇ ਸਨ। ਸੋ ਫਿਰ ਇਹ ਜਿਹੜਾ ਇੱਕ ਵਾਰੀ ਗੁਰਬਾਣੀ ਦੀ ਤੁਕ ਕੋਟ ਕਰ ਦਿੰਦੇ ਨੇ ਕਿ ਗਗਨ ਦਮਾਮਾ ਬਾਜਿਓ ਪੜਿਓ ਨਿਸ਼ਾਨੇ ਗਾਓ, ਖੇਤ ਜੋ ਮਾਂਡਿਓ ਸੂਰਮਾ ਅਬ ਦੂਜਨ ਕੋ ਦਾਓ। ਤੇ ਲੇਕਿਨ ਇਹੀ ਤੁਕ ਲਿਖਣ ਵਾਲੇ ਬਾਬਾ ਕਬੀਰ ਜੀ ਫਰਮਾਉਂਦੇ ਨੇ ਕਿ ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਤ ਨ ਜਾਈ। ਬਈ ਇਹ ਉਤੇਜਿਤ ਹੋ ਕੇ ਤੇ ਇੱਕਦਮ ਇਸ ਤਰ੍ਹਾਂ ਦੇ ਭੜਕਾਊ ਗੱਲਾਂ ਕਰਨ ਦੀ ਲੋੜ ਨਹੀਂ ਹੈ। ਇਹ ਜਿਹੜਾ ਤਤ ਹੈ ਉਹ ਤਾਂ ਪ੍ਰਾਪਤ ਹੁੰਦਾ ਹੈ ਜੇ ਪ੍ਰਮਾਤਮਾ ਦੇ ਵਿੱਚ ਯਕੀਨ ਰੱਖ ਕੇ ਉਸ ਦਾ ਜਿਹੜਾ ਜੋ ਰਹਿਤ ਹੈ ਉਸ ਨੂੰ ਕਮਾਉਂਦੇ ਰਹੀਏ, ਇਹ ਸਮਝ ਕੇ ਕਿ ਪ੍ਰਮਾਤਮਾ ਮੇਰੇ ਵਿੱਚ ਵਸਦਾ ਹੈ ਔਰ ਸਭ ਦੇ ਵਿੱਚ ਵਸਦਾ ਹੈ। ਸੋ ਇਸ ਤਰ੍ਹਾਂ ਦੀ ਭਾਵਨਾ ਇਹਨਾਂ ਦੇ ਵਿੱਚੋਂ ਕਦੇ ਮੈਨੂੰ ਦਿਸੀ ਨਹੀਂ। ਫਿਰ ਗੱਲ ਕਰਦੇ ਨੇ ਖਾਲਿਸਤਾਨ ਦੀ। ਖਾਲਿਸਤਾਨ ਜੀ ਅਸੀਂ ਹੁਣ ਇੱਕ ਵੀਡੀਓ ਵੀ ਮੈਂ ਦੇਖਿਆ ਜਿਹਦੇ ਵਿੱਚ ਇਹ ਕਹਿੰਦੇ ਸੀਗੇ ਕਿ ਜੀ ਅਸੀਂ ਖਾਲਿਸਤਾਨ ਨੇਸ਼ਨ ਸਟੇਟ ਹੋਏਗਾ। ਹੁਣ ਇਹ ਨੇਸ਼ਨ ਸਟੇਟ ਦੀ ਜਿਹੜੀ ਕਨਸੈਪਟ ਹੈ ਇਹ ਟ੍ਰੀਟੀ ਆਫ ਵੈਸਟਫੇਲੀਆ ਤੋਂ ਚੱਲਦੀ ਹੈ ਜਿਹੜੀ ਕਿ 1648 ਦੇ ਵਿੱਚ ਤਕਰੀਬਨ ਹੋਈ ਸੀ। ਹੁਣ ਇਹ ਜਿਹੜਾ ਖਾਲਿਸਤਾਨ ਦਾ ਸੰਕਲਪ ਹੈ ਇਹ ਕਿਤੇ ਸਿੱਖੀ ਦੇ ਵਿੱਚ ਮੈਨੂੰ ਜੇ ਗੁਰੂ ਗ੍ਰੰਥ ਨੂੰ ਗੁਰੂ ਮੰਨਦੇ ਨੇ ਤਾਂ ਮੈਨੂੰ ਉੱਥੇ ਕਿਤੇ ਨਜ਼ਰ ਨਹੀਂ ਆਇਆ, ਨਾ ਹੀ ਕਿਸੇ ਹੋਰ ਨੂੰ ਨਜ਼ਰ ਆ ਸਕਦਾ ਹੈ। ਇਹ ਸੰਕਲਪ ਜਿਹੜਾ ਹੈਗਾ ਔਰ ਜਿਹੜਾ ਲਫ਼ਜ਼ ਹੈ ਖਾਲਿਸਤਾਨ ਦਾ ਜਾਂ ਸਿੱਖਿਸਤਾਨ ਦਾ ਜਾਂ ਖਾਲਸੇ ਦੀ ਖਾਲਸਾ ਰਾਜ ਇੱਕ ਵੱਖਰੀ ਚੀਜ਼ ਹੈ, ਲੇਕਿਨ ਜਿਹੜੀ ਇਹ ਖਾਲਿਸਤਾਨ ਦੀ ਗੱਲ ਕਰਦੇ ਨੇ ਉਹ ਜਿਹੜਾ ਉਸ ਦੀ ਬੜੀ ਚੈਕਰਡ ਹਿਸਟਰੀ ਹੈ, ਰੰਗ ਬਰੰਗੀ ਜੀ ਹਿਸਟਰੀ ਹੈ। ਉਹ ਇਹ ਹੈਗੀ ਕਿ 1940 ਦੇ ਵਿੱਚ ਇੱਕ ਵਾਰੀ ਇੱਥੇ ਕਰਾਚੀ ਦੇ ਵਿੱਚ ਸਿੱਖ ਸੰਮੇਲਨ ਹੋ ਰਿਹਾ ਸੀ। ਉੱਥੇ ਵੀਰ ਸਾਵਰਕਰ ਜਿਹੜਾ ਉਸ ਵੇਲੇ ਹਿੰਦੂ ਮਹਾਸਭਾ ਦਾ ਪ੍ਰਧਾਨ ਸੀ, ਉਸਨੇ ਚਿੱਠੀ ਭੇਜੀ ਇੱਕ
कि हुण सिखो, तुसीं तैयार रहो, हथियार वगैरह अपने वरतो और जिहड़ी सुरक्षा फौजां दे विच अपना प्रेजेंस ਵਧਾਓ, क्योंकि हुण वो समा आउण वाला है। अगे तां तुसीं 13% सी ते सारे मुट्ठी भर सिख सीगे पंजाब दे विच ते सारे पंजाब दे उत्ते राज करदे सी। तुसीं इस तरह दा करो कि हुण अगांह नूं तुहाडा ਸਾਰੇ ਇੱਕ ਰਾਜ ਹੋ ਜਾਏ ਤੇ ਤੁਹਾਡੇ ਹਥਿਆਰ ਜਦੋਂ ਉਹ ਮੰਗਣ ਵਾਸਤੇ ਆਉਣਗੇ ਪਾਕਿਸਤਾਨ, ਤਾਂ ਉਦੋਂ ਉਹਨਾਂ ਨੂੰ ਪਤਾ ਲੱਗੂਗਾ ਕਿ ਤੁਸੀਂ ਆਲਰੇਡੀ ਸਿੱਖਿਸਤਾਨ ਖਾਲਿਸਤਾਨ ਇੱਥੇ ਬਣਾ ਲਿਆ। ਸੋ ਇਹ ਖਾਲਿਸਤਾਨ ਇੱਕ ਚਾਲ ਸੀ ਜਿਹੜੀ ਕਿ ਪਾਕਿਸਤਾਨ ਨੂੰ ਬਣਨ ਤੋਂ ਰੋਕਣ ਵਾਸਤੇ ਇਹ ਹਿੰਦੂ ਮਹਾਸਭਾ ਵਾਲਿਆਂ ਨੇ ਚਲਾਈ ਸੀ। ਉਸ ਤੋਂ ਬਾਅਦ ਇਸ ਦਾ ਜ਼ਿਕਰ ਕਰਦਾ ਹੈ ਮੁਹੰਮਦ ਅਲੀ ਜਿਨ੍ਹਾਂ ਮਦਰਾਸ ਦੇ ਵਿੱਚ ਬੋਲਦਿਆਂ ਹੋਇਆਂ, ਉਹ ਕਹਿੰਦਾ ਕਿ ਉਹ ਸਾਬਰਕਰਤਾ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ। ਫਿਰ ਇਹ ਗੱਲ ਜਮਨਾ ਦਾਸ ਅਖਤਰ ਨੇ ਇੱਕ ਅਖਬਾਰ ਦੇ ਵਿੱਚ 1988 ਦੇ ਵਿੱਚ ਲਿਖੀ ਸੀ, ਜਿਹੜਾ ਕਿ ਆਪਾਂ ਦੇਖਿਆ ਸੀ ਪਿਛਲੀ ਵਾਰੀ। ਹੁਣ ਇਹ ਜਿਹੜਾ ਨੇਸ਼ਨ ਸਟੇਟ ਹੈ, ਇਹ ਟ੍ਰੀਟੀ ਆਫ ਵੈਸਟਫੇਲੀਆ ਵਿੱਚ ਸ਼ੁਰੂ ਹੁੰਦਾ ਹੈ। ਔਰ ਉਸ ਵੇਲੇ ਕੀ ਸਿਚੁਏਸ਼ਨ ਸੀਗਾ, ਉੱਥੇ ਸਪੇਨ ਦੇ ਵਿੱਚ ਤੇ ਇੱਕ ਹੋਰ ਮੁਲਕ ਦੇ ਵਿੱਚ 80 ਸਾਲਾਂ ਤੋਂ ਲੜਾਈ ਲੱਗੀ ਹੋਈ ਸੀ। 30 ਸਾਲਾਂ ਤੋਂ ਹੋਰ ਕਈ ਮੁਲਕਾਂ ਦੇ ਵਿੱਚ ਲੜਾਈਆਂ ਚੱਲ ਰਹੀਆਂ ਸਨ। ਜਿਹੜਾ ਉੱਥੇ ਹੋਲੀ ਰੋਮਨ ਅੰਪਾਇਰ ਸੀ, ਉਹ ਖਤਮ ਹੋਣ ਜਾ ਰਿਹਾ ਸੀ। ਔਰ ਉਸ ਦੇ ਕਾਰਨ ਕਈ ਸਾਰੇ ਉਹ ਟੁੱਟ ਰਿਹਾ ਸੀ। ਕਈ ਸਾਰੇ ਲੋਕ ਆਪਣੀ ਆਜ਼ਾਦੀ ਉਸ ਤੋਂ ਚਾਹੁੰਦੇ ਸਨ। ਇਹ ਬੜੀ ਲੰਮੀ ਕਹਾਣੀ ਹੈ, ਲੇਕਿਨ ਇੱਥੇ ਜੇ ਆਪਾਂ ਨੂੰ ਅੰਤ ਕਰ ਦੇਣਾ ਚਾਹੀਦਾ ਹੈ। ਔਰ ਉਸ ਦੇ ਵਿੱਚੋਂ ਉਹਨਾਂ ਨੇ ਇਹ ਸੋਚਿਆ ਕਿ ਜਿਹੜਾ ਇੱਕ ਨੇਸ਼ਨ ਹੈ, ਜਿਹੜੇ ਇੱਕ ਬੋਲੀ ਬੋਲਦੇ ਆ, ਇੱਕ ਰੇਸ ਹੈ, ਇੱਕ ਕਬੀਲਾ ਹੈ, ਇੱਕ ਧਰਮ ਹੈ ਜਿਨ੍ਹਾਂ ਦਾ, ਉਹਨਾਂ ਲੋਕਾਂ ਨੂੰ ਇਹ ਇੱਥੇ ਇੱਕ ਨੇਸ਼ਨ ਬਣਾ ਲੈਣਾ ਚਾਹੀਦਾ ਹੈ। ਔਰ ਉਹ ਨੇਸ਼ਨ ਦੇ ਤੌਰ ਦੇ ਉੱਤੇ ਯੂਰਪ ਦੀ ਵੰਡ ਕਰ ਲੈਣੀ ਚਾਹੀਦੀ ਹੈ। ਸੋ ਇਹ ਆਪਣਾ ਸਮਾਂ ਕਾਫੀ ਬਿਤਾ ਗਿਆ, ਕਾਫੀ ਸਮਾਂ ਇਹ ਕਾਮਯਾਬ ਰਿਹਾ। ਲੇਕਿਨ ਜਿਹੜੀ ਸਾਡੀ ਮੁਸ਼ਕਿਲ ਹੈ, ਉਹ ਨੇਸ਼ਨ ਸਟੇਟ ਦੀ ਮੁਸ਼ਕਿਲ ਹੈ। ਸਾਡੇ ਸਿਰ ਦੇ ਉੱਤੇ ਜਿਹੜਾ ਪ੍ਰੋਬਲਮ ਆਇਆ ਹੋਇਆ ਉਹ ਇਹੀ ਹੈ ਕਿ ਹਿੰਦੁਸਤਾਨ ਆਪਣੇ ਆਪ ਨੂੰ ਨੇਸ਼ਨ ਸਮਝਦਾ ਹੈ, ਹਾਲਾਂਕਿ ਨੇਸ਼ਨ ਹੈ ਨਹੀਂ। ਇਸ ਨੇਸ਼ਨ ਦੇ ਵਿੱਚ ਕਈ ਸਾਰੇ 30-32 ਨੇਸ਼ਨ ਹੋਰ ਸਮਾਏ ਹੋਏ ਨੇ। ਸੋ ਇਹ ਨੇਸ਼ਨ ਸਟੇਟ ਸਾਡਾ ਹੱਲ ਨਹੀਂ। ਅੱਜ ਸੰਸਾਰ ਦੇ ਉੱਤੇ ਕੋਈ ਵੀ ਐਸਾ ਨੇਸ਼ਨ ਨਹੀਂ ਜਿਹਦੇ ਵਿੱਚ ਕਿ ਇੱਕੋ ਹੀ ਰੇਸ ਜਾਂ ਇੱਕੋ ਹੀ ਕਬੀਲਾ ਜਾਂ ਇੱਕੋ ਕਿਸਮ ਦੇ ਲੋਕ ਰਹਿੰਦੇ ਹੋਣ, ਚਾਹੇ ਕਿਸੇ ਮੁਲਕ ਦਾ ਤੁਸੀਂ ਇਹ ਲੈ ਲਓ। ਸੋ ਇਹ ਬੜੀ ਕਲਾ ਦਾ ਕੰਮ ਹੈ, ਇਹ ਇਸ ਕਲਾ ਨੂੰ ਪ੍ਰਮੋਟ ਕਰਨ ਦਾ ਕੰਮ ਹੈ। ਜੇ ਤੁਸੀਂ ਕਹੋ ਵੀ ਅਸੀਂ ਨੇਸ਼ਨ ਸਟੇਟ ਚਾਹੁੰਦੇ ਹਾਂ, ਤੇ ਗੁਰੂ ਸਾਹਿਬ ਕੀ ਕਹਿੰਦੇ ਨੇ ਇਸ ਦੇ ਬਾਰੇ। ਕਾਨੜਾ ਮਹੱਲਾ 5 ਦੇ ਵਿੱਚ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾ ਹੀ ਬਗਾਨਾ, ਸਗਲ ਸੰਗ ਹਮਕੋ ਬਨ ਆਈ। ਆਪਾਂ ਬਾਰ-ਬਾਰ ਪੜ੍ਹਦੇ ਹਾਂ ਕਿ ਸਤਿਗੁਰ ਐਸਾ ਜਾਣੀਏ ਜੋ ਸਭ ਸੇ ਲੈ ਮਿਲਾਏ ਜੀਓ। ਤਾਂ ਸਾਡੇ ਤਾਂ ਸਤਿਗੁਰੂ ਇਸ ਤਰ੍ਹਾਂ ਦਾ ਹੈ। ਅਸੀਂ ਤਾਂ ਤਾਈਏ ਰਾਜ ਕੀਤਾ ਸੀ ਉਸ ਵੇਲੇ। ਖਾਲਸਾ ਰਾਜ ਜਿਹੜਾ ਸੀਗਾ ਉਹ ਉਸ ਵੇਲੇ ਇਸੇ ਵਾਸਤੇ ਕਾਮਯਾਬ ਸੀ ਕਿ ਅਸੀਂ ਇਸ ਨੂੰ ਪ੍ਰਮੁੱਖ ਰੱਖ ਕੇ ਅਸੀਂ ਨੇਸ਼ਨ ਦੀ ਗੱਲ ਨਹੀਂ ਸੀ ਕੀਤੀ, ਅਸੀਂ ਖਾਲਸਾ ਰਾਜ ਦੀ ਗੱਲ ਕੀਤੀ ਸੀ, ਜਿਸ ਦਾ ਨਿਸ਼ਾਨਾ ਸੀ ਕਿ ਸਾਰਿਆਂ ਨੂੰ ਸੁਖੀ ਰੱਖਣਾ ਹੈ ਔਰ ਸਾਰਿਆਂ ਨੂੰ ਪ੍ਰਮਾਤਮਾ ਦੀ ਅੰਸ਼ ਜਾਣਦਿਆਂ ਹੋਇਆਂ ਉਹਨਾਂ ਦੀ ਸਾਰਿਆਂ ਦੀ ਸੇਵਾ ਕਰਨੀ ਹੈ। ਤਾਂ ਉਦੋਂ ਬਿਲਕੁਲ ਫਰਕ ਹੈ। ਤੇ ਜਿਹੜੀ ਇਹ ਖਾਲਿਸਤਾਨ ਦੀ ਕਨਸੈਪਟ ਨੇਸ਼ਨ ਸਟੇਟ ਦੀ ਪ੍ਰਮੋਟ ਕਰ ਰਹੇ ਨੇ, ਇਹ ਸਾਡੇ ਵਾਸਤੇ ਬੜੀ ਘਾਤਕ ਸਿੱਧ ਹੋ ਸਕਦੀ ਹੈ। ਗੁਰਤੇਜ ਸਿੰਘ ਜੀ, ਸਵਾਲ ਮੇਰੇ ਧਿਆਨ ਚ ਆ ਰਿਹਾ ਸੀ ਕਿ ਜਦੋਂ ਖਾਲਿਸਤਾਨ ਦੀ ਗੱਲ ਤੁਸੀਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਆਉਂਦਿਆਂ ਹੀ ਜਿਹੜੀ ਸ਼ੁਰੂਆਤ ਖਾਲਿਸਤਾਨ ਤੋਂ ਕੀਤੀ ਹੈ, ਜਦ ਕਿ ਭਿੰਡਰਾਂ ਵਾਲੇ ਗੱਲ ਨਹੀਂ ਸੀ ਕਹਿੰਦੇ। ਪਰ ਜਿਹੜਾ ਪ੍ਰਚਾਰ ਹੁੰਦਾ ਕਿ ਭਿੰਡਰਾਂ ਵਾਲਿਆਂ ਨੇ ਕਿਹਾ ਸੀ ਕਿ ਜੇ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਭਾਰਤੀ ਹੁਕੂਮਤ ਚੜ੍ਹਾਈ ਕਰਦੀ ਹੈ ਤਾਂ ਉਸ ਦਿਨ ਤੋਂ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਣਾ। ਮੈਂ ਦੂਜਾ ਸਵਾਲ ਵੀ ਨਾਲ ਜੋੜ ਦਿੰਦਾ ਤਾਂ ਕਿ ਜਵਾਬ ਮੁਕੰਮਲ ਕਰਿਓ ਤੁਸੀਂ, ਕਿ ਅੰਮ੍ਰਿਤਪਾਲ ਸਿੰਘ ਗੱਲ ਕਰਦੇ ਨੇ ਆਨੰਦਪੁਰ ਦੇ ਮਤੇ ਦੀ ਗੱਲ ਕਰਦੇ ਨੇ, ਭਿੰਡਰਾਂ ਵਾਲੇ ਵੀ ਆਨੰਦਪੁਰ ਦੇ ਮਤੇ ਦੀ ਗੱਲ ਕਰਦੇ ਸੀ। ਪਰ ਅੱਜ ਆਨੰਦਪੁਰ ਦੇ ਮਤੇ ਦੀ ਅਹਿਮੀਅਤ ਕਿੰਨੀ ਕੁ ਹੈ ਜਦੋਂ ਸੈਂਟਰ ਉਹਨਾਂ ਮੰਗਾਂ ਨੂੰ, ਉਹਨਾਂ ਜਿਹੜੀਆਂ ਸਿੱਖਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਵਾਲੇ ਪਾਸੇ ਨਹੀਂ ਤੁਰਦੀ। ਤਾਂ ਕੋਈ ਤਾਂ ਤਰੀਕਾ ਹੋਵੇ ਜਿਹਦੇ ਨਾਲ ਗੱਲ ਅੱਗੇ ਤੁਰੇ। ਜਦੋਂ ਕਿਹਾ ਜਾਂਦਾ ਸੀ ਕਿ ਕੋਈ ਆਗੂ ਚਾਹੀਦਾ ਕੌਮ ਨੂੰ, ਜੇ ਅੱਜ ਕੋਈ ਆਗੂ ਬਣ ਕੇ ਅੱਗੇ ਲੱਗਦਾ ਤਾਂ ਉਹਤੇ ਸਵਾਲ ਉੱਠ ਜਾਂਦੇ ਨੇ ਕਿ ਉਹ ਏਜੰਸੀਆਂ ਦਾ ਬੰਦਾ। ਜਿਹੜੀ ਤਾਂ ਤੁਸੀਂ
ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ ਹੋ, ਸੰਤ ਜਰਨੈਲ ਸਿੰਘ ਜੀ ਵਾਕਿਆ ਹੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਪ੍ਰਮੋਟ ਕਰਦੇ ਸਨ, ਔਰ ਉਹ ਬਾਰ-ਬਾਰ ਉਹਨਾਂ ਦੇ ਸਿਰਹਾਣੇ ਰੱਖਿਆ ਹੁੰਦਾ ਸੀਗਾ। ਜਿਹੜਾ ਵੀ ਬੰਦਾ ਕੋਈ ਆ ਕੇ ਕਹਿੰਦਾ ਸੀ ਕਿ ਜੀ ਆਹ ਫਲਾਨੀ ਮੰਗ ਵੀ ਤੁਸੀਂ ਆਪਣੇ ਮੋਰਚੇ ਸ਼ਾਮਿਲ ਕਰ ਲਓ, ਤਾਂ ਉਸ ਨੂੰ ਉਹ ਖੋਲ ਕੇ ਦਿਖਾਉਂਦੇ ਸਨ ਕਿ ਭਾਈ ਇਹਦੇ ਵਿੱਚ ਆਹੀ ਲਿਖਿਆ ਹੋਇਆ ਹੈ ਤੇ ਅਸੀਂ ਅਨੰਦਪੁਰ ਸਾਹਿਬ ਦੇ ਮਤੇ ਦੇ ਉੱਤੇ ਮੋਰਚਾ ਲੱਗਿਆ ਅਕਾਲੀਆਂ ਦਾ, ਅਸੀਂ ਉਹਦੀ ਮਦਦ ਕਰ ਰਹੇ ਹਾਂ, ਅਸੀਂ ਇਹਦੇ ਵਿੱਚ ਕੁਝ ਐਡੀਸ਼ਨ ਨਹੀਂ ਕਰਨੀ, ਕੁਝ ਸਬਟ੍ਰੈਕਸ਼ਨ ਨਹੀਂ ਕਰਨਾ। ਜਿਹੜਾ ਤੁਸੀਂ ਕਹਿੰਦੇ ਹੋ ਕਿ ਜੀ ਸੰਤ ਜਰਨੈਲ ਸਿੰਘ ਨੇ ਅਖੀਰ ਦੇ ਵਿੱਚ ਇਹ ਗੱਲ ਕਹੀ ਸੀ, ਇਹ ਗੱਲ ਜਿਹੜੀ ਹੈਗੀ ਉਹਨਾਂ ਨੂੰ 3 ਪੱਤਰਕਾਰ ਮਿਲੇ ਨੇ ਅਖੀਰ ਦੇ ਵਿੱਚ, ਲਾਸਟ ਟਾਈਮ ਦੇ ਉੱਤੇ, ਅਖੀਰਲੇ ਦਿਨਾਂ ਦੇ ਵਿੱਚ। ਉਹਨਾਂ ਨੇ ਸਾਰਿਆਂ ਨੂੰ ਇਹੀ ਗੱਲ ਕਹੀ ਹੈ ਕਿ ਜੋ ਵੀ ਅਕਾਲੀਆਂ ਦੀਆਂ ਮੰਗਾਂ ਹਨਗੀਆਂ, ਅਨੰਦਪੁਰ ਸਾਹਿਬ ਦਾ ਮਤਾ, ਅਸੀਂ ਉਹਦੇ ਨਾਲ ਸਹਿਮਤ ਹਾਂ, ਅਸੀਂ ਉਸ ਦੀ ਲੜਾਈ ਲੜ ਰਹੇ ਹਾਂ, ਤੁਸੀਂ ਉਹਨਾਂ ਦੀਆਂ ਮੰਗਾਂ ਮੰਨੋ, ਸਾਡੇ ਜਿਹੜੇ ਕੈਦੀ ਹਨਗੇ ਰਿਹਾ ਕਰੋ, ਤੇ ਮੈਂ ਆਪਣਾ ਜਾ ਕੇ ਪ੍ਰਚਾਰ ਸ਼ੁਰੂ ਕਰਦਾ, ਚੌਕ ਮਹਿਤਾ ਵਾਪਸ ਜਾਣਾ। ਇਹ ਰਵੀ ਸਿੰਘ ਨੂੰ ਵੀ ਇਹ ਕਿਹਾ, ਪ੍ਰਾਣ ਚੋਪੜਾ ਨੂੰ ਵੀ ਇਹੀ ਕਿਹਾ, ਤੇ ਹੋਰ ਜਿਹੜੇ ਪੱਤਰਕਾਰ ਮਿਲੇ ਨੇ ਜਗਤਾਰ ਸਿੰਘ ਨੂੰ ਵੀ ਇਹੀ ਗੱਲ ਕਹੀ। ਲੇਕਿਨ ਜਿਹੜਾ ਆਹ ਸੈਂਟੈਂਸ ਹੈਗਾ ਕਿ ਜੀ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਇਹ ਹੋ ਜਾਏਗਾ, ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ, ਇਸ ਸੈਂਟੈਂਸ ਦੇ ਵਿੱਚੋਂ ਬਹੁਤਾ ਕੁਛ ਕਲੀਅਰ ਨਹੀਂ ਹੁੰਦਾ ਸਾਨੂੰ। ਮੈਂ ਭਾਈ ਮੋਹਕਮ ਸਿੰਘ ਨੂੰ ਪੁੱਛਿਆ ਸੀ ਕਿ ਕੀ ਹੈ ਇਹਦਾ ਕਿਉਂ ਇਹ ਗੱਲ ਕਹੀ ਗਈ ਸੀ। ਉਹ ਕਹਿੰਦਾ ਜੀ ਕਿ ਜਿਸ ਵੇਲੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਕਾਫੀ ਫੌਜਾਂ ਦਾ ਜਮ ਘਟਾ ਬਣ ਗਿਆ ਸੀਗਾ, ਤੇ ਉਸ ਵੇਲੇ ਸੰਤਾਂ ਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਕਿ ਜੀ ਜੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋ ਗਿਆ ਜਾਂ ਆਰਮੀ ਦਾ ਹਮਲਾ ਹੋ ਗਿਆ, ਪੁਲਿਸ ਦਾ ਹਮਲਾ ਹੋ ਗਿਆ, ਫੇਰ ਕੀ ਹੋਏਗਾ? ਤਾਂ ਸੰਤ ਜਰਨੈਲ ਸਿੰਘ ਜੀ ਕਹਿੰਦੇ ਕਿ ਐਸੇ ਬੇਵਕੂਫ ਨਹੀਂ ਹਨ ਜਿਹੜੇ ਉਹ ਲੋਕ ਹਨਗੇ ਸਰਕਾਰ ਵਾਲੇ, ਉਹਨਾਂ ਨੂੰ ਪਤਾ ਹੈ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤਾਂ ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ। ਸੋ ਇਸ ਕੰਟੈਕਸਟ ਦੇ ਵਿੱਚ ਇਹ ਗੱਲ ਉਹਨਾਂ ਨੇ ਕਹੀ ਸੀ। ਫਿਰ ਦੂਸਰੀ ਗੱਲ ਇਹ ਹੈ, ਜੇ ਫਰਜ਼ ਕਰੋ ਸੰਤ ਜੀ ਨੇ ਇਹ ਗੱਲ ਕਹੀ ਵੀ ਹੋਵੇ ਤਾਂ ਉਹਨਾਂ ਨੇ ਤਾਂ ਕੋਈ ਕਨਸੈਪਟ ਖਾਲਿਸਤਾਨ ਦੀ ਦਿੱਤੀ ਨਹੀਂ। ਕਿਹੜੀ ਖਾਲਿਸਤਾਨ ਦੀ ਅਸੀਂ ਗੱਲ ਕਰਦੇ ਹਾਂ? ਜਿਹੜਾ ਉਹਨਾਂ ਨੇ ਕਿਹਾ ਸੀ ਉਹਦਾ ਸਿਰਫ ਇੱਕ ਆਪਣਾ ਸੈਂਟੀਮੈਂਟ ਐਕਸਪ੍ਰੈਸ ਕਰ ਰਹੇ ਸਨ ਕਿ ਜੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਦਰਬਾਰ ਸਾਹਿਬ ਦੇ ਉੱਤੇ ਹਮਲਾ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹਦੇ ਨਾਲ ਕਾਫੀ ਸੰਕਟ ਸਾਰੀ ਕੌਮ ਦੇ ਉੱਤੇ ਆ ਜਾਏਗਾ। ਸੋ ਇਸ ਨੂੰ ਤੁਸੀਂ ਐਕਸਪਲੋਇਟ ਕਰਕੇ ਔਰ ਇਸ ਹੱਦ ਤੱਕ ਲੈ ਜਾਓ, ਜਿਹੜੇ ਇੱਕੋ ਇੱਕ ਸੈਂਟੈਂਸ ਆ ਉਹਨਾਂ ਦੀ ਲਾਈਫ ਦੇ ਵਿੱਚ ਜਿਹੜਾ ਬਾਰ-ਬਾਰ ਕੋਟ ਕਰੀ ਜਾਂਦੇ, ਔਰ ਰੋਜ਼ ਉਹ ਮੰਜੀ ਸਾਹਿਬ ਦੇ ਉੱਤੇ ਜਾ ਕੇ ਅਨੰਦਪੁਰ ਸਾਹਿਬ ਦੇ ਮਤੇ ਦੇ ਹੱਕ ਦੇ ਵਿੱਚ ਜਥੇ ਤੋਰਦੇ ਸਨ, ਸਾਰਾ ਕੁਝ ਕਰਦੇ ਸਨ, ਉਹ ਸਾਡੇ ਸਾਹਮਣੇ ਹੈ। ਸੋ ਇਸ ਨੂੰ ਆਊਟ ਆਫ ਪ੍ਰਪੋਰਸ਼ਨ ਲੈ ਕੇ ਤੇ ਪ੍ਰਚਾਰਿਆ ਜਾਂਦਾ ਹੈ। ਇਸ ਦਾ ਜਿਹੜਾ ਵਿਆਖਿਆ ਕਰਨੀ ਸੀ ਉਹ ਉਹਨਾਂ ਲੋਕਾਂ ਨੇ ਕਰਨੀ ਸੀ ਜਿਹੜੇ ਇਸ ਦੀ ਕਈ ਸਾਲਾਂ ਤੋਂ ਤਰਜਮਾਨੀ ਕਰਦੇ ਚਲੇ ਆ ਰਹੇ ਨੇ। ਜਿਸ ਤਰ੍ਹਾਂ ਕਿ ਸਿਮਰਨਜੀਤ ਸਿੰਘ ਮਾਨ ਹੈ, ਸਿਮਰਨਜੀਤ ਸਿੰਘ ਮਾਨ ਨੇ ਪਿਛਲੇ 30-35 ਸਾਲਾਂ ਦੇ ਵਿੱਚ ਕੋਈ ਇੱਕ ਵੀ ਇਸ A4 ਸਾਈਜ਼ ਦਾ ਪੇਪਰ, ਥੀਸਿਸ ਤਾਂ ਬਾਕੀ ਰਹੀ, ਨਹੀਂ ਛਾਪਿਆ ਜਿਸ ਦੇ ਵਿੱਚ ਉਹਨੇ ਲਿਖਿਆ ਹੋਵੇ ਵੀ ਖਾਲਿਸਤਾਨ ਕੀ ਹੋਏਗਾ, ਕਿਸ ਤਰ੍ਹਾਂ ਦੀ ਬਣਤਰ ਹੋਏਗੀ, ਰਾਜ ਬਣਤਰ ਹੋਏਗੀ, ਕਿਸ ਤਰ੍ਹਾਂ ਦਾ ਇੱਥੇ ਮਾਹੌਲ ਹੋਏਗਾ, ਕਿਸ ਤਰ੍ਹਾਂ ਇਸ ਨੂੰ ਹਾਸਲ ਕਰਨਾ ਹੈ। ਕੋਈ ਰੋਡ ਮੈਪ ਉਸਨੇ ਨਹੀਂ ਬਣਾਇਆ। 30-35 ਸਾਲ ਤੋਂ ਇਹ ਨਾਅਰੇ ਲਾਉਂਦਾ ਚੱਲਿਆ ਆ ਰਿਹਾ ਹੈ, ਔਰ ਇਹਨਾਂ ਨਾਅਰਿਆਂ ਦਾ ਅਸਰ ਸਾਡੀ ਸਮਾਜ ਦੇ ਉੱਤੇ ਇਹ ਹੋਇਆ ਹੈ ਕਿ ਕੁਝ ਲੋਕਾਂ ਨੂੰ ਖਾਲਿਸਤਾਨੀ ਸਮਝ ਕੇ, ਦੇਸ਼ ਦੇ ਵਿਰੁੱਧ ਸਮਝ ਕੇ ਉਹ ਸਰਕਾਰ ਵਾਲੇ ਫੜ ਲੈਂਦੇ ਨੇ ਹਰ ਸਾਲ। ਤੇ ਜਦੋਂ ਇਹ ਟਾਈਮ ਆਉਂਦਾ ਹੈ ਨਵੰਬਰ ਦਾ ਤੇ ਦਰਬਾਰ ਸਾਹਿਬ ਤੇ ਹਮਲੇ ਦਾ ਟਾਈਮ ਆਉਂਦਾ ਹੈ, ਉਸ ਵੇਲੇ ਜਿਹੜੇ ਲੋਕ ਇਸ ਤਰ੍ਹਾਂ ਦੇ ਨਾਅਰੇ ਲਾਉਂਦੇ ਨੇ ਉਹਨਾਂ ਨੂੰ ਫੜ ਲੈਂਦੇ ਨੇ ਤੇ ਉਹਨਾਂ ਨੂੰ ਸਾਡੀ ਜਿਹੜੀ ਨਵੀਂ ਪਨੀਰੀ ਹੈ ਇਸ ਦੇ ਵਿੱਚ ਜਿਹੜੀ ਲੀਡਰਸ਼ਿਪ ਸਾਡੀ ਆਉਣੀ ਚਾਹੀਦੀ ਹੈ ਉਹ ਉੱਭਰ ਨਹੀਂ ਰਹੀ, ਕਿਉਂਕਿ ਜਿਹੜਾ ਵੀ ਕੋਈ ਸਿੰਸੀਅਰ ਆਦਮੀ ਆ ਉਹ ਇਹ ਸਮਝ ਕੇ ਕਿ ਜੀ ਖਾਲਿਸਤਾਨ ਸੰਤਾਂ ਨੇ ਕਿਹਾ ਸੀ, ਅਸੀਂ ਵੀ ਖਾਲਿਸਤਾਨ ਦੀ ਗੱਲ ਕਰਨੀ ਹੈ, ਖਾਲਿਸਤਾਨ ਦੇ ਨਾਅਰੇ ਲਾਉਂਦਾ ਹੈ, ਆਪਣੇ ਆਪ ਨੂੰ ਐਕਸਪੋਜ਼ ਕਰਦਾ ਹੈ, ਔਰ ਸਰਕਾਰ ਉਸ ਨੂੰ ਫੜ ਕੇ ਉਹਨਾਂ ਦੇ ਨਾਲ ਬਹੁਤ ਬੁਰਾ ਦੁਰਵਿਵਹਾਰ ਕਰਦੀ ਹੈ। ਜਿਸ ਤਰ੍ਹਾਂ ਕਿ ਇੱਥੇ ਇੱਕ ਬੱਚੇ ਨੂੰ ਜਿਹੜਾ ਕਿ ਗ੍ਰੰਥੀ ਨਵਾਂ ਲੱਗਿਆ ਸੀ,
ਉਸ ਨੂੰ ਸੁਸਾਈਡ ਕਰਨੀ ਪਈ ਇੱਕ ਇੰਟਰੋਗੇਸ਼ਨ ਤੋਂ ਬਾਅਦ। ਔਰ ਜਿਹੜੇ 2-3 ਬੱਚੇ ਉੱਥੋਂ ਦੇ ਛੋਟੀ ਉਮਰ ਦੇ ਲੜਕੇ ਨਵਾਂ ਸ਼ਹਿਰ ਦੇ ਸਨ, ਉਹਨਾਂ ਨੂੰ ਉਮਰ ਕੈਦ ਹੋ ਗਈ ਸਿਰਫ ਖਾਲਿਸਤਾਨ ਦੇ ਨਾਰੇ ਲਾਉਣ ਵਾਸਤੇ। ਸੋ ਇਹ ਜਿਹੜਾ ਇਸ ਤਰ੍ਹਾਂ ਦੀ ਗੱਲ ਕਰਨੀ ਹੈ, ਇਹ ਵਾਜਬ ਨਹੀਂ ਹੈ। ਔਰ ਸੰਤਾਂ ਦੇ ਉੱਤੇ ਇਸ ਦੀ ਟੇਕ ਰੱਖ ਕੇ ਇਹ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਹਨਾਂ ਦੀ ਕੋਈ ਇਸ ਕਿਸਮ ਦਾ ਪ੍ਰਚਾਰ ਨਹੀਂ ਸੀ। ਜੀ ਗੁਰਤੇਜ ਸਿੰਘ ਜੀ, ਜਦੋਂ ਅੰਮ੍ਰਿਤਪਾਲ ਸਿੰਘ ਸਿੱਖਾਂ ਦੇ ਗੁਲਾਮ ਹੋਣ ਦੀ ਗੱਲ ਕਰਦੇ ਨੇ ਤਾਂ ਬੜੇ ਸਵਾਲ ਖੜੇ ਹੁੰਦੇ ਨੇ। ਕਈ ਕਹਿ ਦਿੰਦੇ ਨੇ ਕਿ ਸਿੱਖ ਗੁਲਾਮ ਨਹੀਂ ਹੈਗੇ, ਕਈਆਂ ਦਾ ਮੰਨਣਾ ਹੈ ਕਿ ਸਿੱਖ ਗੁਲਾਮ ਨੇ। ਉਹ ਅੰਮ੍ਰਿਤਪਾਲ ਸਿੰਘ ਵੀ ਉਹਨਾਂ ਦੇ ਵਿੱਚ ਸ਼ਾਮਲ ਨੇ ਜਿਹੜੇ ਇਹ ਗੱਲ ਕਹਿੰਦੇ ਨੇ। ਤਾਂ ਐਗਜ਼ਾਮਪਲਾਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਕਿ ਜੇ ਤਾਂ ਕੋਈ ਹਿੰਦੂ ਰਾਸ਼ਟਰ ਦੀ ਗੱਲ ਕਰੇ ਤਾਂ ਉਹ ਖੁੱਲੇਆਮ ਤੁਰਿਆ ਫਿਰਦਾ, ਤੇ ਜੇ ਕੋਈ ਖਾਲਿਸਤਾਨ ਦੀ ਗੱਲ ਕਰੇ ਤਾਂ ਯੁਆਪਾ ਲਾ ਕੇ ਉਹਨੂੰ ਅੰਦਰ ਕਰ ਦਿੱਤਾ ਜਾਂਦਾ, ਤੇ ਜੇ ਕੋਈ ਆਪਣੇ ਹੱਕਾਂ ਦੀ ਗੱਲ ਕਰੇ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੇ, ਤਾਂ ਉਹਨੂੰ ਜਿਹੜਾ ਉਸ ਤਰੀਕੇ ਦੇ ਨਾਲ ਸਰਕਾਰ ਉਸ ਨਜ਼ਰੀਏ ਦੇ ਨਾਲ ਦੇਖਦੀ ਹੈ। ਜੇ ਇਹ ਗੱਲ ਕਰਨ, ਮਤਲਬ ਕਿ ਜਿਵੇਂ ਪਾਰਲੀਮੈਂਟ ਦੀ ਗੱਲ ਕੀਤੀ ਜਾਂਦੀ ਹੈ ਕਿ ਉੱਥੇ ਹਿੰਦੂ ਬਹੁ ਗਿਣਤੀ ਦਾ ਦਬਦਬਾ, ਸਾਡੀ ਸਿੱਖਾਂ ਦੀ ਕੋਈ ਸੁਣਵਾਈ ਨਹੀਂ, ਤਾਂ ਫਿਰ ਇਹ ਸਾਰੇ ਮਸਲੇ ਸਵਾਲ ਬਹੁਤ ਖੜੇ ਹੁੰਦੇ ਨੇ ਕਿ ਸਾਨੂੰ ਨਾ 84 ਦਾ ਇਨਸਾਫ ਮਿਲਦਾ, ਨਾ ਬੇਅਦਬੀ ਵਾਲੇ ਮਸਲਿਆਂ ਦਾ ਇਨਸਾਫ ਮਿਲਦਾ, ਵਧੀਕੀਆਂ ਤੇ ਵਧੀਕੀਆਂ ਹੁੰਦੀਆਂ, ਰਾਮ ਰਹੀਮ ਵਰਗੇ ਪੈਰੋਲ ਤੇ ਆ ਜਾਂਦੇ ਨੇ। ਤਾਂ ਫਿਰ ਸਵਾਲ ਤਾਂ ਉੱਠਦੇ ਨੇ ਕਿ ਫਿਰ ਗੁਲਾਮੀ ਦੀ ਹੋਰ ਨਿਸ਼ਾਨੀ ਕੀ ਆ? ਇਹ ਜਿਹੜੀ ਗੱਲ ਕਹਿੰਦੇ ਨੇ ਇਹ ਬਿਲਕੁਲ ਸੱਚੀ ਗੱਲ ਹੈ। ਔਰ ਮੈਂ ਖੁਦ ਵੀ ਸਮਝਦਾ, ਸਾਰੇ ਆਪਣੇ ਜਿਹੜਾ ਇਤਿਹਾਸ ਆ ਉਹ ਇਹੀ ਦੱਸ ਰਿਹਾ ਹੈ ਕਿ 1947 ਤੋਂ ਬਾਅਦ ਦਾ, ਕਿ ਜੇ ਸਿੱਖਾਂ ਨੇ ਪੰਜਾਬ ਆਪਣੇ ਹੱਕ ਮੰਗੇ, ਉਹਨਾਂ ਨੂੰ ਵਾਅਦੇ ਜਿਹੜੇ ਕੀਤੇ ਸੀ ਵੀ ਅਸੀਂ ਪੂਰੇ ਕਰਾਂਗੇ, ਤਾਂ ਉਹ ਪੂਰੇ ਨਹੀਂ ਕੀਤੇ ਗਏ। ਇੱਕ ਕੋਈ ਆਟੋਨਮਸ ਹਿੱਸਾ ਤੁਹਾਨੂੰ ਦਿੱਤਾ ਜਾਏਗਾ ਨਾਰਥ ਇੰਡੀਆ ਦੇ ਵਿੱਚ, ਉਹ ਗੱਲਾਂ ਰਹਿ ਗਈਆਂ। ਗਾਂਧੀ ਦੇ, ਨਹਿਰੂ ਦੇ, ਸਾਰਿਆਂ ਦੇ ਇਹਨਾਂ ਦਾ ਜਿਹੜਾ ਵਰਤਾਰਾ ਸੀ ਉਹ ਬਿਲਕੁਲ ਧੋਖੇ ਧੜੀ ਵਾਲਾ ਵਰਤਾਰਾ ਸੀ। ਇੱਕ ਵਾਰੀ ਪਿੰਜਰੇ ਦੇ ਵਿੱਚ ਫਸਾ ਕੇ ਫਿਰ ਉਹਨਾਂ ਲੋਕਾਂ ਨੂੰ ਬਹੁ ਗਿਣਤੀ ਦਾ ਡਰ ਦਿਖਾ ਕੇ ਤੇ ਤੁਸੀਂ ਗੁਲਾਮ ਬਣਾਇਆ। ਮੇਰਾ ਆਪਣਾ ਵਿਚਾਰ ਹੈ ਕਿ 1947 ਤੋਂ ਲੈ ਕੇ 1950 ਜਦੋਂ ਤੱਕ ਉਹ ਕਨਸਟੀਟਿਊਸ਼ਨ ਨਹੀਂ ਬਣੀ, ਉਦੋਂ ਤੱਕ ਸਿੱਖ ਆਜ਼ਾਦ ਰਹੇ ਨੇ। ਔਰ ਉਸ ਤੋਂ ਬਾਅਦ ਉਹ, ਕਿਉਂਕਿ ਜਿਹੜਾ ਸਿੱਖ ਕਲਚਰ ਹੈ ਇਸ ਨੂੰ ਪ੍ਰੋਟੈਕਟ ਕਰਨ ਦਾ ਕਨਸਟੀਟਿਊਸ਼ਨ ਦੇ ਵਿੱਚ ਕੋਈ ਵੀ ਪ੍ਰੋਵੀਜ਼ਨ ਨਹੀਂ ਕੀਤੀ ਗਈ, ਕੋਈ ਵੀ ਨਹੀਂ ਰਾਹ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਿੱਖ ਆਪਣੇ ਧਰਮ ਨੂੰ ਮਹਿਫੂਜ਼ ਰੱਖ ਸਕਦੇ ਆ, ਆਪਣੇ ਸੱਭਿਆਚਾਰ ਨੂੰ ਮਹਿਫੂਜ਼ ਰੱਖ ਸਕਦੇ ਆ। ਸਿੱਖ ਤਾਂ ਰਹਿ ਸਕਦੇ ਆ ਨਾ ਜੇ ਉਹ ਆਪਣਾ ਉਹਨਾਂ ਦਾ ਸੱਭਿਆਚਾਰ ਤੇ ਧਰਮ ਮਹਿਫੂਜ਼ ਰਵੇ, ਨਹੀਂ ਤਾਂ ਉਹ ਦੂਸਰੇ ਲੋਕਾਂ ਦੇ ਵਿੱਚ ਵਿਲੀਨ ਹੋ ਜਾਣਗੇ। ਸੋ ਉਲਟਾ ਧਾਰਾ 25 ਦੇ ਰਾਹੀਂ ਇਹ ਦੱਸਿਆ ਗਿਆ ਹੈ ਕਿ ਸਿੱਖ ਵੀ ਹਿੰਦੂ ਹੁੰਦੇ ਹੈ। ਸੋ ਇਹ ਸਾਰਾ ਕੁਝ ਜਿਹੜਾ ਦੱਸਦਾ, ਜਿਹੜੀਆਂ ਤੁਸੀਂ ਗੱਲਾਂ ਕਹੀਆਂ, ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਔਰ ਕਿਸ ਤਰ੍ਹਾਂ ਨਾਲ ਜ਼ੁਲਮ ਹੋਇਆ, ਦੂਸਰੇ ਸਾਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਬੋਲੀ ਦੇ ਆਧਾਰ ਦੇ ਉੱਤੇ ਸੂਬੇ ਬਣਾ ਦਿੱਤੇ ਗਏ, ਤੇ ਲੇਕਿਨ ਪੰਜਾਬ ਦੇ ਵਿੱਚ ਨਹੀਂ ਬਣਾਇਆ ਗਿਆ। ਬਾਰ-ਬਾਰ ਨਹਿਰੂ ਇਹੀ ਗੱਲ ਕਹਿੰਦਾ ਰਿਹਾ ਕਿ ਮੇਰੀ ਲਾਸ਼ ਦੇ ਉੱਤੇ ਇਹ ਬਟਵਾਰਾ ਹੋਏਗਾ, ਇਹ ਦੂਸਰੀ ਵਾਰੀ ਪਾਰਟੀਸ਼ਨ ਬਟਵਾਰਾ ਮੈਂ ਨਹੀਂ ਵੇਖਣਾ ਤੇ ਮੈਂ ਹੋਣ ਨਹੀਂ ਦੇਣਾ, ਪੰਜਾਬੀ ਸੂਬਾ ਮੇਰੀ ਲਾਸ਼ ਤੇ ਬਣੇਗਾ। ਔਰ ਇੰਦਰਾ ਗਾਂਧੀ ਵੀ ਪੰਜਾਬੀ ਸੂਬੇ ਦੇ ਬਰਖਲਾਫ ਸੀ, ਲੇਕਿਨ ਉਹ ਕਿਵੇਂ ਨਾ ਕਿਵੇਂ ਸ਼ਾਸਤਰੀ ਜੀ ਦੇ ਸਮੇਂ ਦੇ ਵਿੱਚ, ਸ਼ਾਸਤਰੀ ਆਪਣੇ ਆਪ ਵੀ ਇਸ ਦੇ ਬਰਖਲਾਫ ਸੀ, ਲੇਕਿਨ ਇਸ ਦੀ ਹੁਕਮ ਸਿੰਘ ਦੀ ਮਿਹਰਬਾਨੀ ਦੇ ਨਾਲ ਮੇਰੇ ਖਿਆਲ 'ਚ ਪੰਜਾਬੀ ਸੂਬਾ ਹੋਣ ਦੇ ਵਿੱਚ ਆ ਗਿਆ। ਫਿਰ ਉਸ ਤੋਂ ਬਾਅਦ ਸਾਡਾ ਪਾਣੀ ਲੁੱਟ ਲਿਆ ਗਿਆ, ਜਿਸ ਦੇ ਉੱਤੇ ਬਿਲਕੁਲ ਹੀ ਕੋਈ ਹੱਕ ਨਹੀਂ ਬਣਦਾ ਕਿਸੇ ਸਟੇਟ ਦਾ। ਸਾਨੂੰ ਸੁਪਰੀਮ ਕੋਰਟ ਜਸਟਿਸ ਦੇਣ ਵਾਸਤੇ ਤਿਆਰ ਨਹੀਂ, ਇਹ ਅਸੀਂ ਬਾਰ-ਬਾਰ ਦੇਖਦੇ ਹਾਂ। ਉਹ ਸਾਨੂੰ ਬਾਰ-ਬਾਰ ਕਹੀ ਜਾਂਦੇ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਮੀਟਿੰਗ ਸੁਪਰੀਮ ਕੋਰਟ ਦੀ ਹੀਅਰਿੰਗ ਹੋਈ ਸੀ, ਉਸ ਦੇ ਵਿੱਚ ਵੀ ਉਹ ਕਹਿੰਦੇ ਆ ਕਿ ਤੁਸੀਂ ਜੀ ਲੋਕਾਂ ਨਾਲ ਸ਼ੇਅਰ ਕਰਨਾ ਸਿੱਖੋ, ਤੇ ਲੋਕ ਸਾਡੇ ਨਾਲ ਕੀ ਸ਼ੇਅਰ ਕਰ ਰਹੇ ਇਹ ਸਾਨੂੰ ਕਿਸੇ ਨੇ ਨਹੀਂ ਦੱਸਿਆ ਕਿ ਕੀ ਮੱਧ ਪ੍ਰਦੇਸ਼ ਵਾਲੇ ਸਾਡੇ ਨਾਲ ਕੋਲਾ ਸ਼ੇਅਰ ਕਰ ਰਹੇ ਆ, ਝਾਰਖੰਡ ਵਾਲੇ ਆਪਣਾ ਉਹ ਲੋਹਾ ਜਿਹੜਾ ਉੱਥੇ ਹੁੰਦਾ, ਉਹ ਕਰਨਾਟਕਾ ਵਾਲੇ ਲੋਹਾ ਸ਼ੇਅਰ ਕਰਦੇ, ਕੀ ਸਾਡੇ ਨਾਲ ਸ਼ੇਅਰ ਕਰ ਰਿਹਾ ਕੋਈ? ਰਾਜਸਥਾਨ ਵਾਲੇ ਸਾਨੂੰ ਇਹ ਭੇਜੀ ਜਾਂਦੇ ਆ ਸੰਗਮਰਮਰ ਜਾਂ ਕੀ, ਕਿਹੜੀ ਚੀਜ਼ ਦੂਸਰੇ ਪ੍ਰਦੇਸ਼ਾਂ ਨੇ ਸਾਡੇ ਨਾਲ ਸ਼ੇਅਰ ਕਰਨੀ ਹੈ? ਸਾਨੂੰ ਇਹ ਦਿੱਤਾ ਜਾਂਦਾ ਹੈ ਉਪਦੇਸ਼ ਕਿ ਤੁਸੀਂ ਸ਼ੇਅਰ ਕਰਨਾ ਸਿੱਖੋ। ਸੋ ਇਸ ਦੇ ਵਿੱਚ ਤਾਂ ਮੈਨੂੰ ਕੋਈ ਬਿਲਕੁਲ ਸ਼ੱਕ ਨਹੀਂ ਲੱਗਦਾ ਕਿ ਸਿੱਖ ਕੌਮ ਦੀ ਪੋਜੀਸ਼ਨ ਇਸ ਵੇਲੇ ਗੁਲਾਮਾਂ ਵਾਲੀ ਪੋਜੀਸ਼ਨ ਹੈ, ਔਰ ਇਸ ਨੂੰ ਪਰਪੱਕ ਕਰਨ ਵਾਸਤੇ ਇਹ ਸਾਰੇ ਹਿੰਦੁਸਤਾਨ ਦਾ ਜ਼ੋਰ ਲੱਗਿਆ ਹੋਇਆ ਹੈ।
ਹੁਣ ਇਸ ਦੇ ਵਿੱਚੋਂ ਨਿਕਲਣ ਵਾਸਤੇ ਜਿਹੜੀ ਸਾਡੀ ਸਿੱਖ ਲੀਡਰਸ਼ਿਪ ਨੇ ਸਾਨੂੰ ਇੱਕ ਰਾਹ ਦੱਸਣਾ ਸੀ, ਉਹ ਸਾਨੂੰ ਰਾਹ ਨਹੀਂ ਕੋਈ ਦੱਸ ਰਿਹਾ, ਨਾ ਹੀ ਅੰਮ੍ਰਿਤਪਾਲ ਦੱਸ ਰਿਹਾ। ਇਸ ਦੇ ਵਾਸਤੇ ਮੈਂ ਸਮਝਦਾ ਕਿ ਸਭ ਤੋਂ ਪਹਿਲਾਂ ਸਾਨੂੰ ਇਕੱਠੇ ਹੋਣਾ ਪਏਗਾ। ਤੁਸੀਂ ਇਕੱਠੇ ਇਸ ਤਰ੍ਹਾਂ ਨਹੀਂ ਹੋ ਸਕਦੇ ਕਿ ਜੀ ਆਓ ਮੈਂ ਬਹੁਤ ਵੱਡਾ ਲੀਡਰ ਹਾਂ, ਮੇਰੇ ਕੋਲੇ 5 ਫੁੱਟ ਦੀ ਕਿਰਪਾਨ ਹੈ, ਮੇਰੇ ਕੋਲੇ 9 ਫੁੱਟ ਦਾ ਬਰਛਾ ਹੈ, ਸਾਰੇ ਆ ਕੇ ਮੇਰੀ ਪ੍ਰਧਾਨਗੀ ਮੰਨ ਲਓ, ਮੇਰੇ ਹੇਠ ਲੱਗ ਜਾਓ। ਇਸ ਤਰ੍ਹਾਂ ਨਹੀਂ ਹੋ ਸਕਦਾ। ਇੱਥੇ ਇੱਕ ਸਾਨੂੰ ਸੰਵਿਧਾਨ ਬਣਾਉਣਾ ਪਏਗਾ, ਆਈਨ ਬਣਾਉਣਾ ਪਏਗਾ, ਇੱਕ ਪਾਰਟੀ ਸਾਨੂੰ ਬਣਾਉਣੀ ਪਏਗੀ, ਇੱਕ ਸਿਆਸੀ ਤਨਜ਼ੀਮ ਉਸਾਰਨੀ ਪਏਗੀ, ਔਰ ਉਹ ਡੈਮੋਕ੍ਰੈਟਿਕ ਲੋਕ ਰਾਜੀ ਲੀਹਾਂ ਦੇ ਉੱਤੇ ਹੋਏਗੀ। ਔਰ ਉਹ ਜਿਹੜੇ ਲੋਕ ਰਾਜੀ ਲੀਹਾਂ ਦੇ ਉੱਤੇ ਉਸਾਰੀ ਹੋਈ ਪਾਰਟੀ ਹੈ, ਉਹ ਫਿਰ ਇਸ ਇਸ਼ੂ ਨੂੰ ਲਏਗੀ ਔਰ ਉਹ ਪੁੱਛੇਗੀ ਕਿ ਤੁਸੀਂ ਇੰਨੀ ਦੇਰ 370 ਧਾਰਾ ਇੱਥੇ ਜੰਮੂ ਕਸ਼ਮੀਰ ਦੇ ਵਿੱਚ ਕਾਇਮ ਰੱਖੀ, ਉਹਨਾਂ ਦਾ ਕਲਚਰ ਮਹਿਫੂਜ਼ ਕਰਨ ਵਾਸਤੇ। ਤੁਸੀਂ ਹਾਲਾਂਕਿ ਬਹੁਤ ਵੱਡੀ ਮਾਈਨੋਰਿਟੀ ਹੈ ਮੁਸਲਮਾਨ, ਤੁਸੀਂ 370 ਧਾਰਾ ABC ਫਲਾਨੀ ਜਗ੍ਹਾ ਕੋਈ ਅੱਧੀ ਦਰਜਨ ਸੂਬਿਆਂ ਦੇ ਵਿੱਚ ਲਾਈ ਹੋਈ ਹੈ, ਉਹਨਾਂ ਨੂੰ ਆਪਣਾ ਕਲਚਰ ਮਹਿਫੂਜ਼ ਰੱਖਣ ਵਾਸਤੇ, ਤੇ ਸਿੱਖਾਂ ਨੂੰ ਕਿਉਂ ਇਹ ਕਲਚਰ ਆਪਣਾ ਮਹਿਫੂਜ਼ ਕਰਨ ਦੀ ਇਜਾਜ਼ਤ ਨਹੀਂ? ਫਿਰ ਇਹ ਜਿਹੜਾ ਹਰ ਵਾਰੀ ਸਾਡੇ ਉੱਤੇ ਗਾਜ ਡਿੱਗਦੀ ਹੈ, ਕੋਈ ਵੀ ਕਿਤੇ ਕੁਝ ਹੋਵੇ ਤਾਂ ਸਿੱਖਾਂ ਨੂੰ ਬਲੇਮ ਕੀਤਾ ਜਾਂਦਾ ਹੈ ਇਸ ਦੇ ਬਾਰੇ, ਔਰ ਇਸ ਦੇ ਕਦੇ ਸਾਨੂੰ ਨਿਆਂ ਨਹੀਂ ਮਿਲਦਾ। ਇਹ ਸਾਰੀਆਂ ਗੱਲਾਂ ਉਹ ਤਨਜ਼ੀਮ ਉਠਾਏਗੀ। ਇਹ ਲੋਕ ਜਿਹੜੇ ਆਉਂਦੇ ਨੇ, ਜੇ ਇਹਨਾਂ ਨੇ ਪਹਿਲਾਂ ਤਾਂ ਇਹ ਗੱਲਾਂ ਕੀਤੀਆਂ ਨਹੀਂ, ਨਾ ਹੀ ਇਹ ਕਿਸੇ ਹੋਰ ਖਾਲਿਸਤਾਨੀ ਨੇ ਜਾਂ ਕਿਸੇ ਹੋਰ ਅਕਾਲੀ ਦਲ ਨੇ ਇਹ ਗੱਲਾਂ ਕੀਤੀਆਂ, ਇਹ ਗੱਲਾਂ ਕਰਨੀਆਂ ਬਣਦੀਆਂ ਨੇ। ਔਰ ਲੇਕਿਨ ਇਹ ਇੱਕ ਸੋਲਿਡ ਬੇਸ ਦੇ ਉੱਤੇ ਕਿਤੇ ਖੜੇ ਹੋ ਕੇ, ਜਿੱਥੋਂ ਕਿ ਇੱਕ ਸਾਡੇ ਕੋਲੇ ਇਸ ਤਰ੍ਹਾਂ ਦਾ ਪਲੇਟਫਾਰਮ ਹੋਵੇ ਜਿੱਥੋਂ ਅਸੀਂ ਗੱਲ ਕਰ ਸਕੀਏ, ਫਿਰ ਉਹ ਸਿਰਫ ਇੱਕ ਡੈਮੋਕ੍ਰੈਟਿਕ ਤਨਜ਼ੀਮ ਹੋਏਗੀ, ਪਾਰਟੀ ਹੋਏਗੀ, ਜਿਹੜੀ ਕਿ ਇਸ ਦਾ ਭਾਰ ਝੱਲ ਲਏਗੀ। ਲੋਕਾਂ ਨੂੰ ਵੀ ਹਿਫਾਜ਼ਤ ਮਿਲੇਗੀ, ਜਿਨ੍ਹਾਂ ਨੂੰ ਇਹ ਬਾਰ-ਬਾਰ ਫੜ ਕੇ ਮਾਰਦੇ ਨੇ, ਜੇਲ੍ਹਾਂ 'ਚ ਸੁੱਟਦੇ ਨੇ, ਉਹਨਾਂ ਦੀ ਹਿਫਾਜ਼ਤ ਵੀ ਉਹ ਕਰ ਸਕੇਗੀ, ਇਹਨਾਂ ਨੂੰ ਵੀ ਡਰ ਹੋਏਗਾ। ਫਿਰ ਉਹ ਤਨਜ਼ੀਮ ਜਿਹੜੀ ਹੋਏਗੀ, ਜਿਹੜੀਆਂ ਇੰਟਰਨੈਸ਼ਨਲ ਫੋਰਮ ਹਨਗੇ ਸਾਡੇ ਕੋਲੇ ਅਵੇਲੇਬਲ, UNO ਵਗੈਰਾ, ਉਹਨਾਂ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਜਿਹੜੇ ਇਹ ਹਿਊਮਨ ਰਾਈਟਸ ਦੇ ਮਨੁੱਖੀ ਅਧਿਕਾਰਾਂ ਦੀਆਂ ਉੱਥੇ ਸੰਸਥਾਵਾਂ ਆਉਣਗੀਆਂ, ਉਹਨਾਂ ਦੇ ਵਿੱਚ ਵੀ ਆਪਣਾ ਕੇਸ ਰੱਖ ਸਕੇਗੀ ਕਿ ਅਸੀਂ ਦਰਬਾਰ ਸਾਹਿਬ ਦੇ ਵਿੱਚ ਬੈਠੇ ਸੀ, ਜਿੱਥੇ ਬੈਠਣਾ ਸਾਡਾ ਹੱਕ ਸੀ, ਸਾਡਾ ਸਿਆਸੀ ਮਸਲਾ ਸੀ, ਅਸੀਂ ਉਸ ਨੂੰ ਡਿਫਾਈਨ ਕੀਤਾ ਸੀ ਕਿ ਆਹ ਸਾਡੀਆਂ ਮੰਗਾਂ ਆਉਣਗੀਆਂ। ਇਹਨਾਂ ਨੇ ਉਹ ਸਾਰੀਆਂ ਵਿਸਾਰ ਕੇ ਸਾਡੇ ਦਰਬਾਰ ਦੇ ਉੱਤੇ ਹਮਲਾ ਕਿਉਂ ਕੀਤਾ, ਔਰ ਸਾਨੂੰ ਫਸਾ ਕੇ ਦਰਬਾਰ ਸਾਹਿਬ ਦੇ ਵਿੱਚ ਇਹਨਾਂ ਨੇ ਧੱਕ ਕੇ ਲੋਕਾਂ ਨੂੰ ਵਾੜਿਆ, ਕਰਫਿਊ ਨੂੰ ਥੋੜੀ ਦੇਰ ਵਾਸਤੇ ਪੋਸਟਪੋਨ ਕਰਕੇ ਤੇ ਲੋਕਾਂ ਨੂੰ ਅੰਦਰ ਆਉਣ ਦਿੱਤਾ, ਜਿਵੇਂ ਪਿੰਜਰੇ ਦੇ ਵਿੱਚ ਚੂਹਿਆਂ ਨੂੰ ਤਾੜਿਆ ਜਾਂਦਾ ਹੈ, ਇਸ ਤਰ੍ਹਾਂ ਸਾਨੂੰ ਤਾੜ ਕੇ ਕਿਉਂ ਮਾਰਿਆ? ਸਾਨੂੰ ਦਿੱਲੀ ਦੀਆਂ ਗਲੀਆਂ ਦੇ ਵਿੱਚ ਕਿਉਂ ਰੁਲਣਾ ਪਿਆ, ਕਿਉਂ ਮਰਨਾ ਪਿਆ, ਕਿਉਂ ਸਾਡੇ ਬੱਚਿਆਂ ਨੂੰ, ਕਿਉਂ ਸਾਡੀਆਂ ਭੈਣਾਂ ਬੀਬੀਆਂ ਦੀ ਬੇਇੱਜ਼ਤੀ ਹੋਈ, ਕਿਉਂ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਹਰ ਨਵੇਂ ਚੜ੍ਹਦੇ ਸੂਰਜ ਇੱਥੇ ਬੇਅਦਬੀ ਕੀਤੀ ਜਾਂਦੀ ਹੈ? ਇਹ ਸਾਰੀਆਂ ਗੱਲਾਂ ਕਿਸੇ ਪਲੇਟਫਾਰਮ ਤੋਂ ਕਹੀਆਂ ਜਾ ਸਕਦੀਆਂ ਨੇ। ਜੇ ਇਕੱਲੇ ਅਕਹਿਰੇ ਬੰਦੇ ਕਹਿਣਗੇ ਤਾਂ ਉਹਨਾਂ ਨੂੰ ਫੜ ਕੇ ਅੰਦਰ ਕਰਨਾ ਬੜਾ ਸੌਖਾ ਹੈ ਸਰਕਾਰ ਵਾਸਤੇ। ਬਹਾਨੇ ਉਹਨਾਂ ਕੋਲੇ ਢੇਰ ਹਨਗੇ, ਕੋਈ ਬਹਾਨਿਆਂ ਦਾ ਕੋਈ ਘਾਟਾ ਨਹੀਂ ਹੈ, ਕਿਸੇ ਨੂੰ ਕੁਛ ਕਹਿ ਕੇ ਕੀਤਾ ਜਾ ਸਕਦਾ ਹੈ। ਤੇ ਜੇ ਉਹਨਾਂ ਨੂੰ ਛੱਡਣਾ ਹੈ ਤੇ ਤਾਂ ਵੀ ਉਹਨਾਂ ਦੇ ਕੋਲੇ ਬਹਾਨੇ ਬਥੇਰੇ ਹਨਗੇ। ਹੁਣ ਸਾਡੇ ਜਿਹੜੇ ਬੰਦੀ ਸਿੰਘ ਹਨਗੇ, ਇਹਦਾ ਵਿਚਾਰੇ ਇੰਨੀ ਦੇਰ ਤੋਂ ਜੇਲ੍ਹਾਂ ਦੇ ਵਿੱਚ ਬੰਦ ਪਏ ਨੇ, ਔਰ ਉਹਨਾਂ ਨੂੰ ਕੋਈ ਇੱਕ ਦਿਨ ਕਿਸੇ ਨੂੰ ਮਿਲਣ ਵੀ ਨਹੀਂ ਦਿੱਤਾ ਜਾਂਦਾ। ਤੇ ਪੈਰੋਲ ਤਾਂ ਵੱਖਰੀ ਗੱਲ ਹੈ, ਪੈਰੋਲ ਤਾਂ ਕਿਸੇ ਨੂੰ ਕੀ ਦੇਣੀ ਹੈ। ਤੇ ਜਿਹੜੇ ਵੱਡੇ ਵੱਡੇ ਜ਼ੁਲਮ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਹਨਗੇ, ਰਾਮ ਰਹੀਮ ਵਰਗੇ, ਉਹਨਾਂ ਨੂੰ ਤੀਸਰੇ ਦਿਨ ਬੜੇ ਆਰਾਮ ਨਾਲ ਪੈਰੋਲ ਮਿਲ ਜਾਂਦੀ ਹੈ। ਕਦੇ ਤਾਂ ਕਹਿੰਦੇ ਆ ਪੈਰੋਲ ਨਹੀਂ ਹੈ, ਫਰਲੋ ਹੈ। ਚਲੋ ਫਰਲੋ ਹੈਗੀ ਤਾਂ ਹਵਾਰੇ ਨੂੰ ਵੀ ਫਰਲੋ ਦੇ ਦਿਓ, ਉਸ ਦੇ ਵਿੱਚ ਕੀ ਹੈ? ਜੇ ਕਹਿੰਦੇ ਜੀ ਪੈਰੋਲ ਤਾਂ ਨਹੀਂ ਦਿੱਤੀ ਜਾ ਸਕਦੀ ਸੀ, ਫਰਲੋ ਦਿੱਤੀ ਜਾ ਸਕਦੀ ਸੀ, ਤਾਂ ਇਹਨੂੰ ਹਵਾਰੇ ਨੂੰ ਵੀ ਫਰਲੋ ਦੇ ਦਿਓ।
ਇਹੋ ਜਿਹੀਆਂ ਗੱਲਾਂ ਇਹ ਜਿਹੜੀਆਂ ਹੈਗੀਆਂ, ਇਹਨਾਂ ਨੂੰ ਅਸੀਂ ਤਾਂ ਇਹਦਾ ਮੁਕਾਬਲਾ ਕਰ ਸਕਦੇ ਹਾਂ ਜੇ ਸਾਡੇ ਕੋਲੇ ਕੋਈ ਸਿਆਸੀ ਤਨਜ਼ੀਮ ਹੋਵੇ। ਔਰ ਇਹ ਤਨਜ਼ੀਮ ਉਸਾਰਨ ਵਾਸਤੇ ਅਜੇ ਤੱਕ ਮੈਂ ਆਪਣੇ ਇਸ ਦੇ ਮੂੰਹੋਂ, ਨਾ ਕਿਸੇ ਆਪਣੇ ਅਕਾਲੀ ਲੀਡਰ ਦੇ ਮੂੰਹੋਂ, ਇਹਨਾਂ ਲੋਕਾਂ ਦੇ ਮੂੰਹੋਂ, ਨਾ ਅੰਮ੍ਰਿਤਪਾਲ ਦੇ ਮੂੰਹੋਂ ਇਹ ਗੱਲ ਮੈਂ ਸੁਣੀ ਨਹੀਂ ਅਜੇ ਤੱਕ ਕਿ ਅਸੀਂ ਇਹ ਸਿਆਸੀ ਤਨਜ਼ੀਮ ਉਸਾਰਾਂਗੇ। ਜੀ ਗੁਰਤੇਜ ਸਿੰਘ ਜੀ, ਇਹੀ ਸਵਾਲ ਜਿਹੜੇ ਹੁਣ ਤੁਸੀਂ ਖੜੇ ਕੀਤੇ ਨੇ, ਇਹੀ ਸਵਾਲ ਅੰਮ੍ਰਿਤਪਾਲ ਸਿੰਘ ਉਭਾਰ ਰਿਹਾ। ਫਿਰ ਸਵਾਲ ਇਹ ਵੀ ਉੱਠਦੇ ਨੇ ਕਿ ਸਾਨੂੰ ਕਿਸੇ ਤੇ ਤਾਂ ਯਕੀਨ ਕਰਨਾ ਪਏਗਾ। ਭਿੰਡਰਾਂ ਵਾਲਿਆਂ ਤੇ ਸਵਾਲ ਉੱਠ ਜਾਂਦੇ ਸੀ ਕਿ ਉਹਨਾਂ ਦੇ ਮਗਰ ਵੀ ਏਜੰਸੀਆਂ ਕੰਮ ਕਰਦੀਆਂ। ਜੇ ਅੰਮ੍ਰਿਤਪਾਲ ਦੀ ਗੱਲ ਆਉਂਦੀ ਹੈ, ਕਹਿੰਦੇ ਏਜੰਸੀਆਂ ਕੰਮ ਕਰਦੀਆਂ। ਬਾਦਲਾਂ ਤੇ ਲੋਕਾਂ ਨੂੰ ਯਕੀਨ ਨਹੀਂ, ਸ਼੍ਰੋਮਣੀ ਕਮੇਟੀ ਤੇ ਵੀ ਯਕੀਨ ਨਹੀਂ ਕਰਦੇ, ਜਥੇਦਾਰ ਅਕਾਲ ਤਖਤ ਸਾਹਿਬ ਉਹਦੇ ਤੇ ਵੀ ਯਕੀਨ ਨਹੀਂ। ਤਾਂ ਫਿਰ ਕਿਸੇ ਤੇ ਤਾਂ ਯਕੀਨ ਬਣਾਉਣਾ ਪਏਗਾ, ਨਹੀਂ ਤਾਂ ਫਿਰ ਇਸੇ ਤਰ੍ਹਾਂ ਆਗੂ ਆਉਣਗੇ ਤੇ ਉਹ ਆਪਣਾ ਲੋਕ ਉਹਨਾਂ ਤੇ ਸਵਾਲ ਚੁੱਕਣਗੇ ਤੇ ਉਹ ਫਿਰ ਘਰ ਜਾ ਕੇ ਬਹਿ ਜਾਣਗੇ ਕਿ ਠੀਕ ਹੈ, ਜਦੋਂ ਸਾਡੇ ਲੋਕ ਹੀ ਸਾਡੀਆਂ ਲੱਤਾਂ ਖਿੱਚਦੇ ਨੇ। ਇਸ ਤਰ੍ਹਾਂ ਦੇ ਸਵਾਲ ਉੱਠਦੇ ਨੇ ਕਿ ਜਦੋਂ ਜਿਵੇਂ ਹੁਣ ਖਾਲਿਸਤਾਨੀ ਰੈਫਰੈਂਡਮ ਦੀ ਕੈਨੇਡਾ ਵਾਲੇ ਦੀ ਗੱਲ ਹੁੰਦੀ ਹੈ, ਉਹਦੇ ਬਾਰੇ ਵੀ ਜਵਾਬ ਦਿੰਦੇ ਜਾਇਓ। ਇਹ ਆਖਰੀ ਸਵਾਲ ਰਹੇਗਾ ਕਿ ਰੈਫਰੈਂਡਮ, ਇਹਨਾਂ ਨੂੰ ਡਰ ਇਹ ਆ ਕਿ ਇਹ ਨਾ ਹੋਵੇ ਕਿ ਉਹਦਾ ਅਸਰ ਜਿਹੜਾ ਭਾਰਤੀ ਪੰਜਾਬ ਦੇ ਵਿੱਚ ਹੋਵੇ। ਤੇ ਦੂਜੀ ਗੱਲ ਇਹ ਵੀ ਕੈਨੇਡਾ ਨੂੰ ਵੀ ਸਤਰਕ ਕੀਤਾ ਜਾ ਰਿਹਾ ਕਿ ਤੁਸੀਂ ਵੀ ਸੰਭਲ ਕੇ ਰਹੋ, ਕਿਤੇ ਇਹ ਨਾ ਹੋਵੇ ਕਿ ਤੁਹਾਡੇ ਇੱਥੇ ਖਾਲਿਸਤਾਨ ਬਣ ਜਾਏ। ਦੇਖੋ ਸੁਖਵਿੰਦਰ ਜੀ, ਜਿਹੜੀ ਤੁਸੀਂ ਗੱਲ ਕਹੀ ਹੈ ਨਾ ਵੀ ਕਿਸੇ ਦੇ ਉੱਤੇ ਯਕੀਨ ਕਰਨਾ ਪਏਗਾ, ਬਿਲਕੁਲ ਠੀਕ ਹੈ। ਲੇਕਿਨ ਤੁਸੀਂ ਕਹਿੰਦੇ ਹੋ ਸ਼੍ਰੋਮਣੀ ਕਮੇਟੀ ਦਾ ਯਕੀਨ ਨਹੀਂ। ਸ਼੍ਰੋਮਣੀ ਕਮੇਟੀ ਨੇ ਜਿਹੜੀਆਂ ਕਿਤਾਬਾਂ ਛਾਪੀਆਂ ਨੇ, ਇਹ ਯਕੀਨ ਇਸ ਤਰ੍ਹਾਂ ਨਹੀਂ ਹੁੰਦਾ ਸੁਖਵਿੰਦਰ ਜੀ ਵੀ ਤੁਸੀਂ ਕਹੋ ਜੀ ਮੇਰੇ ਤੇ ਯਕੀਨ ਕਰ ਲਓ ਤੇ ਲੋਕ ਯਕੀਨ ਕਰ ਲੈਣ। ਉਹ ਕੰਮ ਕਰਨੇ ਪੈਂਦੇ ਨੇ ਜਿਨ੍ਹਾਂ ਦੇ ਉੱਤੇ ਲੋਕ ਯਕੀਨ ਕਰਨ, ਜਿਹੜੇ ਲੋਕ ਪੱਖੀ ਕੰਮ ਹੋਣ। ਹੁਣ ਤੁਸੀਂ ਦੇਖੋ, ਇਹਨਾਂ ਨੇ ਸਿੱਖ ਜਿਹੜੀ ਰਹਿਤ ਮਰਿਆਦਾ ਹੈ, ਸ਼੍ਰੋਮਣੀ ਕਮੇਟੀ ਛਾਪ ਕੇ ਵੰਡਦੀ ਹੈ ਹਰ ਸਾਲ, ਹਰ ਵਕਤ, ਔਰ ਕਈ ਐਡੀਸ਼ਨਸ ਉਸ ਦੀਆਂ ਛਪ ਚੁੱਕੀਆਂ। ਉਹਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਵੀ ਜਿਹੜਾ ਨਿਸ਼ਾਨ ਸਾਹਿਬ ਦਾ ਰੰਗ ਹੋਏਗਾ ਉਹ ਪੀਲਾ ਹੋਏਗਾ ਜਾਂ ਸੁਰਮਈ ਹੋਏਗਾ ਤੇ ਜਾਂ ਨੀਲਾ ਹੋਏਗਾ। ਤੇ ਉਸ ਦੇ ਬਰਖਲਾਫ ਇਹਨੇ ਭਗਵੇ ਕੀਤੇ ਹੋਏ ਨਿਸ਼ਾਨ ਸਾਹਿਬ ਸਾਰੇ। ਤਾਂ ਜਿਹੜਾ ਰੰਗ ਹਕੂਮਤ ਨੂੰ ਚੰਗਾ ਲੱਗਦਾ ਉਹ ਇਹਨਾਂ ਨੇ ਲਾਇਆ ਹੋਇਆ ਉੱਤੇ, ਔਰ ਯਕੀਨਨ ਇਹ ਉਹਨਾਂ ਦੇ ਹਕੂਮਤ ਦੇ ਡਿਮਾਂਡ ਦੇ ਉੱਤੇ ਲਾਇਆ ਹੋਇਆ। ਤਾਂ ਹੁਣ ਇਹਨਾਂ ਦੇ ਉੱਤੇ ਕੀ ਇਤਬਾਰ ਕੀਤਾ ਜਾਵੇ? ਜਿਹੜੀਆਂ ਇਹ ਕਿਤਾਬਾਂ ਛਾਪਦੇ ਨੇ ਕਿ ਜੀ ਇਹ ਸਿੱਖ ਗੁਰੂ ਸਾਹਿਬਾਨ ਦੇ ਬਾਰੇ, ਜਿਹੜੇ ਗੁਰਬਿਲਾਸ ਪਾਤਸ਼ਾਹੀ 6ਵੀਂ ਛਾਪੀ ਜਾਂ ਸਿੱਖ ਇਤਿਹਾਸ ਹਿੰਦੀ ਦੇ ਵਿੱਚ ਛਾਪਿਆ, ਲੱਖਾਂ ਦੀ ਗਿਣਤੀ ਦੇ ਵਿੱਚ ਇਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਮੋਹਰ ਲਾ ਕੇ ਹਿੰਦੀ ਬੈਲਟ ਦੇ ਵਿੱਚ ਡਿਸਟ੍ਰੀਬਿਊਟ ਕੀਤਾ। ਦੇਖੋ ਕਿੰਨਾ ਮਾੜਾ ਉਹ ਕਿਤਾਬ ਹੈਗੀ। ਜਿਹੜੀਆਂ ਕਿਤਾਬਾਂ ਇਹਨਾਂ ਨੇ ਇੱਥੇ, ਇਹਨਾਂ ਦੇ ਜਿਹੜੇ ਸ਼੍ਰੋਮਣੀ ਕਮੇਟੀ ਨੂੰ ਦੇ ਵਿੱਚ ਮੈਜੋਰਿਟੀ ਸੀ, ਉਹੋ ਹੀ ਲੋਕ ਰਾਜ ਕਰਦੇ ਸਨ ਪਿਛਲੇ 15 ਸਾਲਾਂ ਤੋਂ। 5-7 ਵਾਰੀ ਸਰਕਾਰ ਬਣਾ ਚੁੱਕੇ ਨੇ। ਉਹਨਾਂ ਲੋਕਾਂ ਨੇ ਉਹ ਜਿਹੜੀਆਂ ਕਿਤਾਬਾਂ ਇੱਥੇ 10ਵੀਂ ਦੇ ਵਿੱਚ ਸਕੂਲ ਬੋਰਡ ਦੇ ਵਿੱਚ ਬੱਚਿਆਂ ਦੇ ਪੜ੍ਹਨ ਵਾਸਤੇ ਲਾਈਆਂ, ਉਸ ਦੇ ਵਿੱਚ ਸਿੱਖੀ ਦੇ ਬਰਖਲਾਫ ਕਿੰਨਾ ਪ੍ਰਚਾਰ ਹੋ ਰਿਹਾ ਹੈ ਇਹ ਤੁਸੀਂ ਦੇਖ ਰਹੇ ਹੋ। ਤੇ ਜਿੰਨੇ ਵੀ ਤੁਸੀਂ ਜਿਹੜੇ ਵੀ ਪਾਸੇ ਤੁਸੀਂ ਨਿਗਾਹ ਮਾਰੋਗੇ, ਉਸੇ ਪਾਸੇ ਤੁਹਾਨੂੰ ਦੱਸੇਗਾ ਕਿ ਇਹ ਲੋਕ ਸਿੱਖੀ ਨੂੰ ਜਿਹੜੇ ਖਤਮ ਕਰਨਾ ਚਾਹੁੰਦੇ ਨੇ, ਉਹਨਾਂ ਦੀ ਮਰਜ਼ੀ ਦੇ ਅਨੁਸਾਰ ਚੱਲ ਰਹੇ ਨੇ। ਤਾਂ ਫਿਰ ਹੁਣ ਇਹਨਾਂ ਤੇ ਕੀ ਇਤਬਾਰ ਕੀਤਾ ਜਾਵੇ? ਜੇ ਇਹਨਾਂ ਨੇ ਇਤਬਾਰ, ਮੈਂ ਕਈ ਵਾਰੀ ਦੂਸਰੀ ਡਿਬੇਟਸ ਦੇ ਵਿੱਚ ਵੀ ਮੈਂ ਅਰਜ਼ ਕੀਤੀ ਹੈ ਇਹਨਾਂ ਦੇ ਨੁਮਾਇੰਦਿਆਂ ਨੂੰ ਵੀ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਤੇ ਇਤਬਾਰ ਹੋਵੇ, ਤਾਂ ਇਤਬਾਰ ਤੁਸੀਂ ਇਤਬਾਰਯੋਗ ਕੰਮ ਕਰੋ। ਸਭ ਤੋਂ ਪਹਿਲਾਂ ਤਾਂ ਸੌਖਾ, ਹੁਣ ਇੱਕ ਕੈਲੰਡਰ ਬਣਿਆ ਸੀਗਾ ਸਿੱਖਾਂ ਦਾ, ਜਿਸ ਦੇ ਵਿੱਚ ਕੋਈ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆ ਸਕਦੀ, ਕੋਈ ਕਿਸੇ ਦੇ ਉੱਤੇ ਨਹੀਂ ਡਿੱਗਦਾ, ਕੋਈ ਕਿਸੇ ਨੂੰ ਨੁਕਸਾਨ ਨਹੀਂ ਕਰਦਾ, ਕੋਈ ਕਿਸੇ ਦੇ ਵੱਲ ਬੰਦੂਕ ਨਹੀਂ ਤਾਣੀ ਹੋਈ ਉਸਨੇ। ਇੱਕ ਸਿਰਫ ਕੈਲੰਡਰ ਹੈ ਜਿਸ ਦੇ ਅਨੁਸਾਰ ਸਿੱਖਾਂ ਨੇ ਆਪਣੇ ਜਿਹੜੇ ਧਾਰਮਿਕ ਦਿਨ ਹਨਗੇ ਉਹ ਮਨਾਉਣੇ ਨੇ। ਉਹ ਲੋਕ ਉਸ ਨੂੰ ਪ੍ਰਵਾਨ ਨਹੀਂ ਕਰਦੇ, ਉਸ ਨੂੰ ਪ੍ਰਵਾਨ ਕੀਤੇ ਹੋਏ ਨੂੰ ਮੁੜ ਕੇ ਫੇਰ ਰੱਦ ਕਰ ਦਿੱਤਾ, ਉਸ ਨੂੰ ਦੁਬਾਰੇ ਲਾਗੂ ਨਹੀਂ ਕਰਦੇ। ਸਾਰੇ ਸੰਸਾਰ ਦੇ ਉੱਤੇ ਸਿੱਖ ਮੰਨ ਰਹੇ, ਲੇਕਿਨ ਇੱਥੋਂ ਦੇ ਇਹ ਲੋਕ SGPC ਵਾਲੇ ਨਹੀਂ ਕਰ ਰਹੇ, ਅਕਾਲ ਤਖਤ ਨਹੀਂ ਕਰ ਰਿਹਾ। ਤਾਂ ਫਿਰ ਇਹਨਾਂ ਨੂੰ ਸਿੱਖਾਂ ਦੇ ਹਿਤੈਸ਼ੀ ਕਿਸ ਤਰ੍ਹਾਂ ਸਮਝਿਆ ਜਾਵੇ? ਹੁਣ ਜਿਹੜੀ ਤੁਸੀਂ ਅੰਮ੍ਰਿਤਪਾਲ ਦੀ ਗੱਲ ਕਰਦੇ ਹੋ, ਲੋਕ ਕਹਿੰਦੇ ਏਜੰਸੀਆਂ ਦਾ ਬੰਦਾ ਹੈ, ਏਜੰਸੀਆਂ ਨੇ ਆਪਣਾ ਕੰਮ ਕਰਨਾ ਹੈ, ਏਜੰਸੀਆਂ ਨੂੰ ਬਥੇਰਾ ਰਾਹ ਮਿਲਦਾ ਹੈ। ਜੇ ਜਿਸ ਤਰ੍ਹਾਂ ਦੇ ਤੁਸੀਂ ਕੰਮ ਕਰਦੇ ਹੋ ਉਹਨਾਂ ਦੇ ਵਿੱਚੋਂ ਉਹ ਆਪਣਾ ਰਾਹ ਕੱਢ ਲੈਂਦੀਆਂ ਨੇ। ਜੇ ਫਰਜ਼ ਕਰੋ ਅੰਮ੍ਰਿਤਪਾਲ ਏਜੰਸੀਆਂ ਦਾ ਬੰਦਾ ਨਾ ਵੀ ਹੋਵੇ, ਜਿਸ ਤਰ੍ਹਾਂ ਕਿ ਸਾਡੇ ਕੋਲ ਤਾਂ ਕੋਈ ਆਪਣੇ ਕੋਲੇ ਕੋਈ ਪੈਮਾਨਾ ਨਹੀਂ ਜਿਹਦੇ ਨਾਲ ਨਾਪ ਕੇ ਆਪਾਂ ਦੱਸ ਸਕੀਏ ਕਿ ਜੀ ਏਜੰਸੀਆਂ ਦਾ ਹੈ ਕਿ ਨਹੀਂ ਹੈ। ਜੇ ਫਰਜ਼ ਕਰੋ ਇਹ ਨਾ ਵੀ ਹੋਵੇ,
ਤਾਂ ਇਸ ਨੂੰ ਇਹ ਚਾਹੀਦਾ ਹੈ ਕਿ ਸਿੱਖ ਪੱਖੀ ਕੰਮ ਕਰਕੇ ਦਿਖਾਵੇ ਸਾਨੂੰ, ਉਹ ਕੰਕਰੀਟ ਕੰਮ ਹੋਣ, ਉਹ ਕੰਮ ਹੋਣ ਜਿਹੜੇ ਕਿ ਸਾਡੀ ਕੌਮ ਦੇ ਵਿੱਚ ਖਾਮੀ ਹੈ। ਇਸ ਵੇਲੇ ਸਾਡੀ ਸਿਆਸਤ ਦੇ ਵਿੱਚ ਇੱਕ ਵੱਡੀ ਖਾਮੀ ਹੈ, ਉਹ ਇਹ ਹੈ ਕਿ ਸਾਡੀ ਕੋਈ ਸਿਆਸੀ ਤਨਜ਼ੀਮ ਹੈ ਨਹੀਂ। ਉਹ ਸਿਆਸੀ ਤਨਜ਼ੀਮ ਉਸਾਰ ਕੇ ਵਿਖਾਵੇ ਸਾਨੂੰ। ਆ ਜਿਹੜੇ ਬੱਚੇ ਉਸ ਤੋਂ ਪ੍ਰਭਾਵਿਤ ਹੁੰਦੇ ਨੇ, ਉਹਨਾਂ ਲੋਕਾਂ ਨੂੰ ਕਹੇ ਕਿ ਭਾਈ ਇੱਥੇ ਮੇਰੇ ਆਲੇ ਦੁਆਲੇ ਝੁਰਮਟ ਪਾਉਣ ਦਾ ਕੋਈ ਫਾਇਦਾ ਨਹੀਂ। ਜਾਓ ਪਿੰਡਾਂ ਦੇ ਵਿੱਚ 10-10, 15-15 ਬੰਦਿਆਂ ਦੇ ਜਥੇ ਬਣਾਓ ਔਰ ਅਕਾਲੀ ਦਲ ਦੇ ਸੰਵਿਧਾਨ ਦੇ ਅਨੁਸਾਰ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਇੱਕ ਤਨਜ਼ੀਮ ਬਣਾਓ, ਇੱਕ ਸਿਆਸੀ ਜਮਾਤ ਬਣਾਓ। ਫਿਰ ਤਾਂ ਅਸੀਂ ਸਮਝਾਂਗੇ ਕਿ ਸਾਡੇ ਹੱਕ ਦੇ ਵਿੱਚ ਗੱਲ ਕਰਦਾ ਹੈ। ਦੇਖੋ, ਜੇ ਸਾਡੇ ਹੱਕ ਦੇ ਵਿੱਚ ਕਿਸੇ ਨੇ ਗੱਲ ਕਰਨੀ ਹੈ ਤਾਂ ਉਹ ਗੱਲ ਇਹ ਹੋ ਸਕਦੀ ਹੈ ਕਿ ਸਾਨੂੰ ਸ਼ਕਤੀ ਦੇਵੇ। ਜਿਹੜੇ ਸਾਡੇ ਬਰਖਲਾਫ ਗੱਲ ਕਰਦੇ ਨੇ, ਉਹ ਇਹ ਕਹਿੰਦੇ ਨੇ ਕਿ ਸ਼ਕਤੀ ਮੈਨੂੰ ਦਿਓ, ਮੈਂ ਤੁਹਾਡਾ ਇਹ ਸਵਾਰ ਸਕਦਾ। ਇਹ ਕਿਸੇ ਨੇ ਗੁਰੂ ਨੇ ਕਿਸੇ ਦੇ ਸਿਰ ਦੇ ਉੱਤੇ ਕਲਗੀ ਨਹੀਂ ਲਾਈ ਹੋਈ ਬਈ ਇਹੀ ਇੱਕ ਬੰਦਾ ਜਿਹੜਾ ਕਿ ਸਾਰਾ ਸੰਸਾਰ ਜਿਹਨੇ ਆਪਣੇ ਮੋਢਿਆਂ ਤੇ ਚੁੱਕਿਆ ਹੋਇਆ। ਗੁਰੂ ਨੇ ਕਿਹਾ ਹੈ ਵੀ ਸਾਰੇ ਰਲ ਮਿਲ ਕੇ ਸੰਸਾਰ ਦੀ ਸੇਵਾ ਕਰਨੀ ਹੈ, ਔਰ ਉਹ ਤਾਂ ਹੋ ਸਕਦਾ ਹੈ ਜੇ ਤੁਸੀਂ ਕੋਈ ਉਸ ਦਾ ਬੰਨ ਨੂੰ ਬੰਨੋਗੇ। ਸਾਨੂੰ ਜਦੋਂ ਇਹ ਬੰਨ ਨੂੰ ਬੰਨਦਾ ਜਿਹੜਾ ਬੰਦਾ ਨਜ਼ਰ ਆਏਗਾ, ਅਸੀਂ ਉਸ ਦੇ ਉੱਤੇ ਇਤਬਾਰ ਕਰਾਂਗੇ। ਜੇ ਉਸ ਦੇ ਉੱਤੇ ਇਤਬਾਰ ਨਾ ਕਰੀਏ ਤਾਂ ਫਿਰ ਵੀ ਸਿੱਖ ਕੌਮ ਦੇ ਉੱਤੇ ਇਤਰਾਜ਼ ਹੋ ਸਕਦਾ ਹੈ। ਲੇਕਿਨ ਹੁਣ ਗੱਲਾਂ ਦੇ ਵਿੱਚ ਸਿਰਫ ਗੱਲਾਂ ਦੇ ਕਰਦੇ, ਜਿਸ ਤਰ੍ਹਾਂ ਇਹ ਕਰਦੇ ਨੇ ਔਰ ਜਿਸ ਤਰ੍ਹਾਂ ਇਹ ਹੁਣ ਤੱਕ ਕਰਦੇ ਆਏ ਨੇ, ਗੱਲਾਂ ਦੇ ਨਾਲ ਸਾਨੂੰ ਇਹ ਪਰਚਾਉਂਦੇ ਨੇ, ਉਸ ਦੇ ਉੱਤੇ ਕੀ ਇਤਬਾਰ ਕੀਤਾ ਜਾਵੇ ਔਰ ਕਿਸ ਤਰ੍ਹਾਂ ਇਤਬਾਰ ਕੀਤਾ ਜਾਵੇ। ਇਤਬਾਰ ਲੋਕਾਂ ਨੇ ਸਿਮਰਨਜੀਤ ਸਿੰਘ ਮਾਨ ਤੇ ਵੀ ਬੜਾ ਕੀਤਾ ਸੀ, ਪ੍ਰਕਾਸ਼ ਸਿੰਘ ਬਾਦਲ ਤੇ ਵੀ ਬੜਾ ਕੀਤਾ ਸੀ। ਲੇਕਿਨ ਇਸ ਨੇ 1996 ਦੇ ਵਿੱਚ ਜਿਨ੍ਹਾਂ ਲੋਕਾਂ ਨੇ ਇਤਬਾਰ ਕੀਤਾ ਸੀ ਉਹਨਾਂ ਨੂੰ ਸੁੱਟ ਕੇ ਪਿਛਾਂ ਤੇ ਆਪਣੇ ਦਲ ਨੂੰ ਖਤਮ ਕਰਤਾ, ਪੰਜਾਬੀ ਪਾਰਟੀ ਬਣਾ ਲਿਆ। ਹੁਣ ਦੱਸੋ ਕਿਹੜੀ ਇਤਬਾਰ ਵਾਲੀ ਗੱਲ ਰਹਿ ਗਈ ਇਸ ਦੀ। ਜੇ ਤੁਸੀਂ ਇਤਬਾਰ ਸਿੱਖਾਂ ਦਾ ਜਿੱਤਣਾ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਸਿੱਖ ਤੁਹਾਡੇ ਨਾਲ ਹਮਦਰਦੀ ਕਰਨ, ਤਾਂ ਪਹਿਲਾਂ ਤੁਹਾਨੂੰ ਸਿੱਖਾਂ ਦੇ ਮਨ ਦੀਆਂ ਗੱਲਾਂ ਬੁੱਝ ਕੇ ਔਰ ਹਮਦਰਦੀ ਦਿਖਾਉਣੀ ਪਏਗੀ। ਫਿਰ ਤੁਹਾਨੂੰ ਉਹਨਾਂ ਦੇ ਹੱਥ ਦੇ ਵਿੱਚ ਸ਼ਕਤੀ ਦੇਣੀ ਪਏਗੀ। ਇਹ ਨਹੀਂ ਕਿ ਤੁਸੀਂ ਸਾਰੇ ਆ ਕੇ ਮੇਰੇ ਅੰਡਰ ਹੋ ਲੱਗ ਜਾਓ, ਮੇਰੀ ਸਰਦਾਰੀ ਮੰਨ ਲਓ, ਮੈਨੂੰ ਸਲਾਮ ਕਰ ਦਿਓ। ਇਸ ਦੇ ਨਾਲ ਕੋਈ ਕਿਸੇ ਨੂੰ ਇਤਬਾਰ ਨਹੀਂ ਆਏਗਾ। ਇਤਬਾਰ ਤਾਂ ਆਏਗਾ ਜੇ ਜਿਹੜਾ ਜ਼ਿਲ੍ਹੇ ਦਾ ਜਥੇਦਾਰ ਹੈ ਉਸ ਦੇ ਲੈਵਲ ਦੇ ਉੱਤੇ MP ਖੜੇ ਹੋਣਗੇ, ਜਿਹੜਾ ਸਰਕਲ ਦਾ ਜਥੇਦਾਰ ਹੈ ਉਸ ਦੇ ਲੈਵਲ ਦੇ ਉੱਤੇ ਜਿਹੜੇ ਉਹ MLA ਉਹ ਖੜੇ ਹੋਣਗੇ। ਜੇ ਤੁਸੀਂ ਕਹੋ ਕਿ ਜੀ ਸਾਡਾ ਹਾਈ ਕਮਾਂਡ ਬਣਿਆ ਹੋਇਆ, ਹਾਈ ਕਮਾਂਡ ਦੇ ਕੀ ਲੂਲਾਂ ਲੱਗੀਆਂ, ਕਿਸ ਤਰ੍ਹਾਂ ਦਾ ਹਾਈ ਕਮਾਂਡ ਹੈ ਔਰ ਕਿਵੇਂ ਹਾਈ ਹੈ ਇਹ ਦੂਸਰੇ ਲੋਕਾਂ ਨਾਲੋਂ, ਔਰ ਤੁਸੀਂ ਉਹਨਾਂ ਦੀਆਂ ਸਾਰੀਆਂ ਸ਼ਕਤੀਆਂ ਆਪਣੇ ਹੱਥ ਦੇ ਵਿੱਚ ਲੈ ਕੇ MP ਦੀਆਂ ਟਿਕਟਾਂ ਵੀ ਤੁਸੀਂ ਆਪ ਵੰਡੋਗੇ, ਜਿਹੜੀਆਂ ਇਹ ਸ਼੍ਰੋਮਣੀ ਕਮੇਟੀ ਦੀਆਂ ਟਿਕਟਾਂ ਉਹ ਵੀ ਤੁਸੀਂ ਆਪ ਬੰਦੇ ਖੜੇ ਕਰੋਗੇ, ਔਰ ਤੁਸੀਂ ਇੱਕ ਪਰਿਵਾਰ ਦੇ ਲੋਕਾਂ ਨੂੰ ਇੱਕ ਕੈਬਨਿਟ, ਹਰ ਕੈਬਨਿਟ ਦੇ ਵਿੱਚ ਭਰ ਕੇ ਤੇ ਤੁਸੀਂ ਉਹਨਾਂ ਨੂੰ ਪ੍ਰਾਇਮੇਸੀ ਦੇਈ ਜਾਓਗੇ, ਤਾਂ ਲੋਕ ਕੀ ਇਤਬਾਰ ਕਰਨਗੇ ਔਰ ਕਿਸ ਵਾਸਤੇ ਇਤਬਾਰ ਕਰਨਗੇ, ਕਿਸ ਤਰ੍ਹਾਂ ਜਾਣਨਗੇ ਕਿ ਤੁਸੀਂ ਉਹਨਾਂ ਦੇ ਹੱਕ ਦੇ ਵਿੱਚੋਂ। ਜਦੋਂ ਅਸੀਂ ਦੇਖਦੇ ਹਾਂ ਕਿ ਇਹਨਾਂ ਲੋਕਾਂ ਦੀ ਜਿਹੜੀ ਸਰਮਾਇਆ ਹੈ ਉਹ ਦੁਰਕੀਆਂ ਲਾ ਕੇ ਵਧ ਰਿਹਾ ਹੈ, ਤੇ ਪੰਜਾਬ ਜਿਹੜਾ ਹੈਗਾ ਦਿਨੋਂ ਦਿਨ ਗਰੀਬ ਹੁੰਦਾ ਜਾ ਰਿਹਾ ਹੈ, ਤਾਂ ਇਤਬਾਰ ਕਰਨ ਵਾਲਾ ਕਿਹੜਾ ਮੁਕਾਮ ਹੈ? ਕਿਸ ਕਾਰਨ ਅਸੀਂ ਇਤਬਾਰ ਕਰੀਏ ਕਿ ਇਹ ਸਾਡੇ ਹਮਦਰਦ ਹਨਗੇ। ਜੇ ਇਹ ਹਮਦਰਦ ਹਨਗੇ ਤਾਂ ਇਹਨਾਂ ਨੂੰ ਹਮਦਰਦ ਬਣ ਕੇ ਵਿਖਾਉਣਾ ਪਏਗਾ। ਜਿਹੜੀਆਂ ਇਹਨਾਂ ਨੇ ਪਿਛਲੇ ਸਮਿਆਂ ਦੇ ਵਿੱਚ ਗਲਤ ਗੱਲਾਂ ਕੀਤੀਆਂ ਨੇ ਉਹਨਾਂ ਨੂੰ ਦਰੁਸਤ ਕਰਨਾ ਪਏਗਾ, ਔਰ ਉਹਨਾਂ ਨੂੰ ਦਰੁਸਤ ਕਰਨਾ ਬੜਾ ਸੌਖਾ ਹੈ। ਜੇ ਇਹ ਸਾਡੇ ਹਮਦਰਦ ਹੁਣ ਬਣ ਗਏ ਨੇ ਤਾਂ ਨਿਸ਼ਾਨ ਸਾਹਿਬ ਨੂੰ ਪੀਲੇ ਰੰਗ ਦਾ ਨਿਸ਼ਾਨ ਸਾਹਿਬ ਲਾਉਣ ਚ ਕੀ ਮੁਸ਼ਕਿਲ ਹੈ? ਆਪਣੇ ਗੁਰਦੁਆਰਿਆਂ ਚ ਲਾਉਣਾ ਹੈ, ਇੰਨੇ ਸਾਲਾਂ ਤੋਂ 400-500 ਸਾਲਾਂ ਤੋਂ ਲੱਗਦਾ ਆ ਰਿਹਾ ਹੈ, ਤੇ ਇਹ ਜਿਹੜੇ ਸਰੋਪੇ ਇਹ ਦਿੰਦੇ ਨੇ ਉੱਥੇ ਲੋਕਾਂ ਨੂੰ, ਉਹ ਭਗਵੇਂ ਰੰਗ ਦੇ ਕਿਉਂ ਦਿੰਦੇ ਨੇ? ਕਿ ਉਹ ਪੀਲੇ ਰੰਗ ਦਾ ਕੱਪੜਾ ਨਹੀਂ ਮਿਲਦਾ? ਗੁਰੂ ਸਾਹਿਬ ਦੇ 10ਵੇਂ ਪਾਤਸ਼ਾਹ ਦੇ ਆਪਣੇ ਨਿਸ਼ਾਨ ਇੱਥੇ ਇੱਕ ਮੋਤੀ ਬਾਗ ਦੇ ਵਿੱਚ ਪਏ ਨੇ ਪਟਿਆਲੇ, ਔਰ ਉਹਨਾਂ ਦਾ ਰੰਗ ਸਰੋਂ ਫੁੱਲਾ ਹੈ, ਉਹ ਰੰਗ ਕਿਉਂ ਨਹੀਂ ਇਹ ਕਰ ਸਕਦੇ ਆਪਣੇ ਨਿਸ਼ਾਨ ਸਾਹਿਬ ਦਾ? ਸੋ ਇਹਨਾਂ ਨੂੰ ਸਬੂਤ ਦੇਣੇ ਪੈਣਗੇ। ਲੋਕਾਂ ਦਾ ਇਤਬਾਰ ਤੁਸੀਂ ਲੋਕਾਂ ਨੇ ਬਥੇਰਾ ਇਤਬਾਰ ਕੀਤਾ। ਉਹਨਾਂ ਨੇ ਕਿਹਾ ਜੀ ਤੁਸੀਂ ਚਲੋ ਜੀ, ਜਿਹੜਾ ਜੇ ਤੁਸੀਂ ਕਹਿੰਦੇ ਹੋ ਵੀ ਪੰਥਕ ਸਰਕਾਰ ਬਣ ਜਾਏਗੀ ਫਿਰ ਤੁਹਾਡਾ ਉਧਾਰ ਹੋਏਗਾ, ਪੰਥਕ ਸਰਕਾਰ ਬਣਦਿਆਂ ਹੀ
ਅੰਮ੍ਰਿਤਸਰ ਵਾਲਾ ਕਾਂਡ ਹੋ ਗਿਆ ਜਿੱਥੇ 13 ਸਿੱਖ ਮਾਰਤੇ ਗਏ। ਪੰਥਕ ਸਰਕਾਰ ਬਣਦੇ ਹੀ ਭੁੰਡਰੀ ਦਾ ਕਾਂਡ ਹੋ ਗਿਆ ਜਿੱਥੇ 5 ਸਿੱਖ ਮਾਰਤੇ ਗਏ। ਉਸ ਵੇਲੇ ਇਹਨਾਂ ਦੀ ਮਨਸ਼ਾ ਇਹ ਹੁੰਦੀ ਹੈ ਕਿ ਇਹਨਾਂ ਨੂੰ ਦਬਾ ਦਿਓ, ਖਤਮ ਕਰ ਦਿਓ। ਨਕਸਲਾਈਟਸ ਕਿਸ ਤਰ੍ਹਾਂ ਇਹਨਾਂ ਨੇ ਮਾਰੇ? ਨਕਸਲਾਈਟ ਕੌਣ? ਸਾਨੂੰ ਸਾਡੇ ਹੀ ਬੱਚੇ ਸੀਗੇ ਨਾ, ਜਿਹੜੇ ਕਿ ਚਾਹੁੰਦੇ ਸੀਗੇ ਵੀ ਦੂਸਰੇ ਲੋਕਾਂ ਦੇ ਹੱਥ ਦੇ ਵਿੱਚ ਵੀ ਸ਼ਕਤੀ ਆਵੇ ਜਿਨ੍ਹਾਂ ਨੇ ਲੋਕਾਂ ਦਾ ਕਲਿਆਣ ਕਰਨਾ, ਨਾ ਕਿ ਉਹਨਾਂ ਦੇ ਹੱਥ ਦੇ ਵਿੱਚ ਰਹੇ ਜਿਨ੍ਹਾਂ ਨੇ ਆਪਣਾ ਕਲਿਆਣ ਕਰਨਾ। ਤਾਂ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਮਾਰ ਦਿੱਤਾ ਗਿਆ ਔਰ ਗੋਲੀਆਂ ਤੇ ਬੰਦੂਕਾਂ ਇਹਨਾਂ ਦੇ ਹੱਥਾਂ ਦੇ ਵਿੱਚ ਫੜੀਆਂ ਹੋਈਆਂ। ਚਾਰੋਂ ਪਾਸੇ ਇਹ ਤਬਾਹੀ ਮਚਾ ਰਹੇ ਨੇ ਤੇ ਲੇਕਿਨ ਮਖੌਟੇ ਪਾ ਕੇ ਦੂਸਰੇ ਲੋਕਾਂ ਦੇ ਹੱਥਾਂ ਦੇ ਵਿੱਚ ਬੰਦੂਕਾਂ ਫੜਾ ਕੇ, ਪੁਲਿਸ ਆਰਮੀ ਦੇ ਹੱਥਾਂ ਦੇ ਵਿੱਚ ਬੰਦੂਕਾਂ ਫੜਾ ਕੇ ਸਾਨੂੰ ਸਾਡਾ ਸਤਿਆਨਾਸ਼ ਕਰ ਰਹੇ ਨੇ। ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਇਹਨਾਂ ਜਿਹੜੇ ਵੱਡੇ ਹਮਦਰਦ ਕਹਿੰਦੇ ਨੇ ਆਪਣੇ ਆਪ ਨੂੰ 5-5 ਵਾਰੀ ਸਰਕਾਰਾਂ ਬਣਾਉਣ ਵਾਲੇ, ਉਹਨਾਂ ਦੇ ਹੁੰਦਿਆਂ ਹੋਈ ਹੈ ਉਹੀ ਚੀਫ ਮਿਨਿਸਟਰ ਸਨ, ਉਹੀ ਹੋਮ ਮਿਨਿਸਟਰ ਸਨ। ਸੋ ਇਹ ਜਿਹੜਾ ਸਾਰਾ ਕੁਝ ਹੈ। ਬਾਕੀ ਜਿਹੜੀ ਤੁਸੀਂ ਗੱਲ ਕਰਦੇ ਹੋ ਕੈਨੇਡਾ ਦੀ, ਕੈਨੇਡਾ ਸਰਕਾਰ ਦੇ, ਕੈਨੇਡਾ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਟਰੂਡੋ, ਇੱਥੇ ਆਇਆ ਸੀ। ਇਹਨਾਂ ਨੇ ਕਿੰਨਾ ਦੁਰਵਿਵਹਾਰ ਉਸ ਦੇ ਨਾਲ ਕੀਤਾ, ਤੁਹਾਨੂੰ ਯਾਦ ਹੋਣਾ ਹੈ। ਉਹਨਾਂ ਦਾ ਮਿਨਿਸਟਰ ਹਰਜੀਤ ਸਿੰਘ ਇੱਥੇ ਆਇਆ ਸੀ ਔਰ ਕਿਸ ਤਰ੍ਹਾਂ ਉਸ ਨੂੰ ਇਗਨੋਰ ਕੀਤਾ ਗਿਆ। ਇਹਨਾਂ ਦੋਨਾਂ ਹਸਤੀਆਂ ਨੂੰ, ਇੱਕ ਬਹੁਤ ਵੱਡੀ ਸੰਸਾਰ ਦੀ ਸ਼ਕਤੀ ਹੈ, ਉਹਨਾਂ ਦੇ ਲੋਕ ਇੱਥੇ ਆਉਂਦੇ ਨੇ। ਤੁਸੀਂ ਉਹਨਾਂ ਨੂੰ ਸਿਰਫ ਇਸ ਕਰਕੇ ਕਿ ਜੇ ਸਿੱਖ ਹੈਗਾ ਤੇ ਹੋਮ ਮਿਨਿਸਟਰ, ਉਹ ਉੱਥੇ ਜਾ ਕੇ ਡਿਫੈਂਸ ਮਿਨਿਸਟਰ ਬਣ ਗਿਆ ਤੇ ਤੁਸੀਂ ਇਸ ਦੀ ਬੇਇੱਜ਼ਤੀ ਕਰ ਸਕਦੇ ਹੋ। ਇਹੋ ਜਿਹੀਆਂ ਗੱਲਾਂ ਜੇ ਇਹ ਕਰਨਗੇ ਤੇ ਫਿਰ ਉਹਨਾਂ ਤੋਂ ਕਿਉਂ ਇਹ ਉਮੀਦ ਰੱਖਦੇ ਨੇ ਕਿ ਉਹ ਇਹਨਾਂ ਦੀਆਂ ਸਾਰੀਆਂ ਗੱਲਾਂ ਮੰਨਣਗੇ ਤੇ ਲਾਗੂ ਕਰਨਗੇ। ਦੂਸਰੀ ਗੱਲ ਜਿਹੜੀ ਉਹ ਕਹਿੰਦੇ ਨੇ ਕੈਨੇਡਾ ਵਾਲੇ ਕਿ ਜੀ ਸਾਡੇ ਇੱਥੇ ਲੋਕਾਂ ਨੂੰ ਆਜ਼ਾਦੀ ਹੈ, ਜੋ ਮਰਜ਼ੀ ਕਰਨ। ਉਹ ਗੱਲ ਉਹਨਾਂ ਦੀ ਬਿਲਕੁਲ ਠੀਕ ਹੈ। ਜੇ ਕੋਈ ਖਾਲਿਸਤਾਨ ਉੱਥੇ ਉਹ ਮੰਗਦਾ ਹੈ, ਹਾਲਾਂਕਿ ਕਿਸੇ ਨੇ ਡਿਫਾਈਨ ਨਹੀਂ ਕੀਤਾ ਜਿਸ ਤੱਕ ਖਾਲਿਸਤਾਨ ਨਾ ਉਹਨਾਂ ਨੇ ਕੀਤਾ ਹੈ। ਜੇ ਉਹ ਰੈਫਰੈਂਡਮ ਦੀ ਗੱਲ ਕਰਦੇ ਆ ਜਾਂ ਫਰੀडम ਦੀ ਗੱਲ ਕਰਦੇ ਆ ਤਾਂ ਉਹ ਜੇ ਵਾਜਬ ਸਮਝਦੇ ਆ ਤਾਂ ਉਹ ਕਰਦੇ ਆ। ਉਹਨਾਂ ਨੂੰ ਕਿਸ ਤਰ੍ਹਾਂ ਨਾਲ ਰੋਕਿਆ ਜਾ ਸਕਦਾ ਹੈ ਔਰ ਕਿਸ ਤਰ੍ਹਾਂ ਨਾਲ ਉਹ ਹਿੰਦੁਸਤਾਨ ਦੇ ਉੱਤੇ ਬੰਬ ਬਣ ਕੇ ਡਿੱਗਦਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਇਹ ਸਿਰਫ ਸਿੱਖਾਂ ਦੇ ਬਰਖਲਾਫ ਆਪਣੇ ਲੋਕਾਂ ਦਾ ਉਭਾਰ, ਲੋਕਾਂ ਦੇ ਜਿਹੜੇ ਜਜ਼ਬੇ ਹੈਗੇ ਉਹਨਾਂ ਨੂੰ ਉਭਾਰਨ ਵਾਸਤੇ ਇਹ ਗੱਲਾਂ ਕਰਦੇ ਨੇ। ਔਰ ਇਹ ਇੱਕ ਨੀਤੀ ਹੈ, ਕੁਟਲ ਨੀਤੀ ਹੈ, ਜਿਹੜੀ ਕਿ ਇਹਨਾਂ ਨੂੰ ਛੱਡ ਦੇਣੀ ਚਾਹੀਦੀ ਹੈ। ਜੀ ਗੁਰਤੇਜ ਸਿੰਘ ਜੀ, ਜਾਂਦੇ ਜਾਂਦੇ ਮੇਰੇ ਧਿਆਨ ਚ ਆਇਆ ਕਿ 2024 ਦੀਆਂ ਪਾਰਲੀਮੈਂਟ ਚੋਣਾਂ ਨੂੰ ਲੈ ਕੇ ਵੀ ਬਹੁਤ ਕੁਝ ਇਸ਼ਾਰੇ ਕਰਦਾ ਹੈ ਕਿ ਜੋ ਕੁਝ ਚੱਲ ਰਿਹਾ ਪੰਜਾਬ ਦੇ ਅੰਦਰ ਜਾਂ ਮੁਲਕ ਦੇ ਅੰਦਰ। ਬਿਲਕੁਲ ਤੁਹਾਡੀ ਗੱਲ ਠੀਕ ਹੈ। 2024 ਦੀਆਂ ਚੋਣਾਂ ਦੇ ਸਾਹਮਣੇ ਹੀ ਇਹ ਸਾਰਾ ਕੁਝ ਉਸ ਤੋਂ ਪਹਿਲਾਂ ਹੋ ਰਿਹਾ ਹੈ ਤਾਂ ਕਿ ਉਹ ਚੋਣਾਂ ਜਿੱਤੀਆਂ ਜਾ ਸਕਣ। ਉਹ ਚੋਣਾਂ ਨੂੰ ਜਿੱਤਣ, ਉਹਨਾਂ ਚੋਣਾਂ ਨੂੰ ਜਿੱਤਣ ਵਾਸਤੇ ਇਹਨਾਂ ਨੂੰ ਐਂਟੀ ਸਿੱਖ ਜਜ਼ਬਾ ਉਭਾਰਨ ਦੀ ਲੋੜ ਹੈ, ਐਂਟੀ ਮੁਸਲਿਮ ਜਜ਼ਬਾ ਉਭਾਰਨ ਦੀ ਲੋੜ ਹੈ। ਕਿਉਂਕਿ ਜਿਸ ਤਰ੍ਹਾਂ ਦਾ ਕਨਸੈਪਟ ਇਹ ਆਪਣੇ ਇੱਕ ਹਿੰਦੂ ਨੇਸ਼ਨ ਦਾ ਦੇ ਚੁੱਕੇ ਨੇ, ਉਸ ਨੂੰ ਇੱਕ ਹੋਰ ਅੱਗ ਦੇਣ ਦੀ ਲੋੜ ਹੈ, ਉਸ ਦੇ ਵਿੱਚ ਹੋਰ ਬਾਲਣ ਪਾਉਣ ਦੀ ਲੋੜ ਹੈ। ਇਸ ਕਰਕੇ ਇਹ ਲੋਕ ਕਰ ਰਹੇ ਨੇ। ਲੇਕਿਨ ਉਹਨਾਂ ਚੋਣਾਂ ਨੂੰ ਮੁੱਖ ਰੱਖ ਕੇ ਸਾਡੇ ਜਿਹੜੇ ਲੀਡਰ ਹਨਗੇ ਸਮੇਤ ਅੰਮ੍ਰਿਤਪਾਲ ਅਜੇ ਤੱਕ ਕੁਝ ਵੀ ਨਹੀਂ ਕਰ ਰਹੇ। ਉਹਨਾਂ ਨੂੰ ਚਾਹੀਦਾ ਹੈ ਕਿ ਉਹ ਵੀ ਉਹਨਾਂ ਚੋਣਾਂ ਨੂੰ ਮੁੱਖ ਰੱਖ ਕੇ ਲੋਕਾਂ ਦੇ ਹੱਥ ਦੇ ਵਿੱਚ ਸ਼ਕਤੀ ਦੇਣ, ਲੋਕਾਂ ਦੀਆਂ ਸਭਾਵਾਂ ਬੁਲਾ ਕੇ ਪੁੱਛਣ ਕਿ ਦੱਸੋ ਭਾਈ ਤੁਸੀਂ ਕਿਹਨੂੰ ਖੜਾ ਕਰਨਾ ਚਾਹੁੰਦੇ ਹੋ। ਨੌਜਵਾਨ 40-45 ਸਾਲ ਦੀ ਉਮਰ ਦੇ ਜਿੰਨੇ ਵੀ ਕੋਈ ਪੜ੍ਹੇ ਲਿਖੇ ਲੋਕ ਜੇ ਇੱਥੇ ਕੋਈ ਰਹਿ ਗਏ ਨੇ ਪੰਜਾਬ ਦੇ ਵਿੱਚ, ਤਾਂ ਉਹਨਾਂ ਦੇ ਵਿੱਚੋਂ ਚੁਣ ਕੇ ਇਹਨਾਂ ਨੂੰ ਐਸੇ ਬੰਦੇ ਖੜੇ ਕਰਨੇ ਚਾਹੀਦੇ ਹੈ ਜਿਹੜੇ ਕਿ ਹਿੰਦੁਸਤਾਨ ਦੇ ਵਿੱਚ ਜਾ ਕੇ, ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਸਿੱਖਾਂ ਦੀ ਨੁਮਾਇੰਦਗੀ ਕਰ ਸਕਣ, ਸਿੱਖ ਧਰਮ ਨੂੰ, ਸਿੱਖ ਸਮਾਜ ਨੂੰ, ਸਿੱਖ ਪੰਜਾਬ ਨੂੰ ਇੰਟਰਪ੍ਰੈਟ ਕਰ ਸਕਣ। ਤਾਂ ਇਹਨਾਂ ਨੂੰ ਵੀ ਤਿਆਰੀ ਕਰਨੀ ਚਾਹੀਦੀ ਹੈ, ਲੇਕਿਨ ਇਹਨਾਂ ਵੱਲੋਂ ਤਿਆਰੀ ਕੋਈ ਮੈਨੂੰ ਨਜ਼ਰ ਨਹੀਂ ਆ ਰਹੀ। ਤੇ ਜਿਹੜਾ ਦੂਸਰੀ ਧਿਰ ਹੈ ਉਸ ਦੇ ਵੱਲੋਂ ਇਹ ਸਾਰਾ ਕੁਝ ਦਬਾਉਣ ਦੀ ਔਰ ਲੋਕਾਂ ਦੇ ਉੱਤੇ ਆਪਣਾ ਸਿਆਸੀ ਜਿਹੜਾ ਉਹਨਾਂ ਦਾ ਅਕੀਦਾ ਹੈ ਉਸ ਨੂੰ ਠੋਸਣ ਦੀ ਪੂਰੀ ਤਿਆਰੀ ਉਹਨਾਂ ਨੇ ਹਰ ਪਾਸੇ ਤੋਂ ਕਰ ਲਈ ਜਾਪਦੀ ਹੈ। ਚਾਰਾਜੋਈ ਤਾਂ ਸਾਰੇ ਕਰ ਰਹੇ ਨੇ। ਬੀਜੇਪੀ ਕਹਿੰਦੀ ਹੈ ਕਿ ਮੋਦੀ ਸਾਹਿਬ ਨੂੰ ਦੁਬਾਰਾ ਲਿਆਉਣਾ, ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਕੇਜਰੀਵਾਲ ਸਾਹਿਬ ਨੂੰ ਇੱਕ ਵਾਰ ਸੱਤਾ 'ਚ ਲੈ ਕੇ ਆਉਣਾ। ਜਿਹੜੇ ਬਾਕੀ ਕਾਂਗਰਸ ਦੇ ਨਾਲ ਰਲਵੇਂ ਮਿਲਵੇਂ ਨੇ ਸਾਰੇ, ਉਹ ਕਿਸੇ ਦੀ ਟੇਕ ਰਾਹੁਲ ਗਾਂਧੀ ਤੇ ਹੈ, ਕੋਈ ਨਿਤਿਸ਼ ਕੁਮਾਰ ਜਾਂ ਮਮਤਾ ਬੈਨਰਜੀ ਤੇ ਟੇਕ ਰੱਖੀ ਬੈਠਾ, ਯੋਗੀ ਆਦਿੱਤਿਆਨਾਥ ਦਾ ਨਾਮ ਵੀ ਚੱਲਦਾ। ਮਤਲਬ ਇਹ ਸਾਰਾ ਕੁਝ ਚੱਲ ਰਿਹਾ ਹੈ। ਦੇਖੋ, ਜਿੱਥੇ ਤੱਕ ਤਾਂ ਕੇਜਰੀਵਾਲ ਦਾ ਤੇ ਬੀਜੇਪੀ ਦਾ ਸਵਾਲ ਹੈ, ਉਹ ਤਾਂ ਆਪਣੇ ਪੰਜਾਬ ਦੇ ਵਿੱਚ ਪਿੰਡਾਂ 'ਚ ਇੱਕ ਕਹਾਵਤ ਹੁੰਦੀ ਹੈ
ਕਿ ਮਾਈ ਧੂਈ ਤੇ ਮਾਈ ਘੜੀਸੀ, ਇੰਨਾ ਹੀ ਫਰਕ ਹੈ ਇਹਨਾਂ ਦਾ। ਉਹ ਇੱਕੋ ਹੀ ਗੱਲ ਹੈ, ਉਹਦੇ 'ਚ ਤਾਂ ਕੋਈ, ਔਰ ਉਸ ਦੇ ਵਿੱਚ ਤੁਹਾਡੇ ਵਾਸਤੇ ਕੁਝ ਵੀ ਨਹੀਂ ਹੈ। ਤੁਸੀਂ ਹੁਣ ਦੇਖ ਲਿਆ 5-6 ਮਹੀਨੇ ਇੱਥੇ ਆਮ ਆਦਮੀ ਪਾਰਟੀ ਦਾ ਰਾਜ ਵੀ ਦੇਖ ਲਿਆ, ਦਿੱਲੀ ਦੇ ਵਿੱਚ ਵੀ ਆਪਾਂ ਦੇਖ ਲਿਆ, ਤੇ ਜੋ ਉਹਦਾ ਵਤੀਰਾ ਹੈ, ਔਰ ਅੱਜ ਖਾਸ ਤੌਰ ਤੇ ਅੱਜ ਕੱਲ ਜਿਹੜਾ ਉਸਨੇ ਆਪਣੀ ਰੱਟ ਲਾਈ ਹੋਈ ਹੈ ਵੀ ਮੈਂ ਵੀ ਬੜਾ ਵੱਡਾ ਹਿੰਦੂ ਲੀਡਰ ਹਾਂ, ਉਹਦਾ ਇਹਨਾਂ ਦੀ ਕੰਪੀਟੀਸ਼ਨ ਇਸ ਦੇ ਉੱਤੇ ਚੱਲ ਰਹੀ ਹੈ। ਇਸ ਤਰ੍ਹਾਂ ਹੀ ਸ਼ਿਵ ਸੈਨਾ ਦੇ ਨਾਲ ਤੇ ਦੂਸਰੇ ਗੁੱਟ ਦੇ ਨਾਲ ਇਹਨਾਂ ਦੀ ਕੰਪੀਟੀਸ਼ਨ ਚੱਲ ਰਹੀ ਹੈ। ਸੋ ਇਹਨਾਂ ਦੇ ਨਾਲ ਆਪਾਂ ਨੂੰ ਕੁਝ ਨਹੀਂ ਹਾਸਲ ਹੁੰਦਾ। ਤੇ ਜਿਹੜਾ ਤੁਸੀਂ ਕਹਿੰਦੇ ਹੋ ਕਿ ਗਾਂਧੀ ਕਰ ਰਿਹਾ, ਉਹ ਦੇਖੋ ਇਹ ਨੌਜਵਾਨ ਜਿਹੜਾ ਹੈ ਗਾਂਧੀ ਪਰਿਵਾਰ ਦਾ, ਇਹ ਮੈਨੂੰ ਕੁਝ ਸਿੰਸੀਅਰ ਲੱਗਦਾ ਹੈ ਕਿ ਇਹ ਚਾਹੁੰਦਾ ਹੈ ਕਿ ਜੀ ਇੱਥੇ ਕੁਝ ਲੋਕ ਪੱਖੀ ਕੰਮ ਹੋਣ, ਲੇਕਿਨ ਇਹਨਾਂ ਦੇ ਜਿਹੜੇ ਜਿੰਨੇ ਵੀ ਮੈਂਬਰ ਹਨਗੇ ਪਹਿਲਾਂ ਵਾਲੇ, ਉਹਨਾਂ ਦੇ ਵਿੱਚ ਇਹੋ ਜਿਹੀ ਭਾਵਨਾ ਕੋਈ ਨਜ਼ਰ ਨਹੀਂ ਆਉਂਦੀ। ਜਿਹੜਾ ਤੁਸੀਂ ਕਹਿੰਦੇ ਹੋ ਕਿ ਲਾਲੂ ਪ੍ਰਸਾਦ ਯਾਦਵ ਤੇ ਇਹ ਦੂਸਰੇ ਲੋਕ, ਇਹ ਦਬੇ ਕੁਚਲੇ ਲੋਕਾਂ ਦੇ ਵਿੱਚੋਂ ਹਨਗੇ। ਨਿਤੀਸ਼ ਕੁਮਾਰ ਨੂੰ ਵੀ ਇਸ ਗੱਲ ਦੀ ਸਮਝ ਹੈ, ਔਰ ਬਿਹਾਰ ਦੇ ਵਿੱਚ, ਝਾਰਖੰਡ ਦੇ ਵਿੱਚ, ਯੂਪੀ ਦੇ ਵਿੱਚ, ਵੈਸਟਰਨ ਯੂਪੀ, ਈਸਟਰਨ ਯੂਪੀ, ਬੰਗਾਲ ਦੇ ਵਿੱਚ ਮਮਤਾ ਵਗੈਰਾ, ਇਹ ਲੋਕ ਦਬੇ ਕੁਚਲੇ ਲੋਕਾਂ ਦੇ ਨੁਮਾਇੰਦੇ ਹਨਗੇ, ਔਰ ਇਹ ਲੋਕ ਉਹਨਾਂ ਦੇ ਨੁਮਾਇੰਦੇ ਹਨਗੇ ਜਿਨ੍ਹਾਂ ਦੇ ਉੱਤੇ ਸਦੀਆਂ ਤੋਂ ਜ਼ੁਲਮ ਹੁੰਦੇ ਆ ਰਹੇ ਨੇ। ਇਹਨਾਂ ਤੋਂ ਆਪਾਂ ਨੂੰ ਕੁਝ ਆਸ ਹੋ ਸਕਦੀ ਹੈ, ਕਿਉਂਕਿ ਸਿੱਖੀ ਦਾ ਪ੍ਰੋਗਰਾਮ ਵੀ ਸਾਡਾ ਇਹੀ ਹੈ ਕਿ ਐਸੇ ਲੋਕਾਂ ਨੂੰ ਜਿਨਕੀ ਜਾਤ ਵਰਨ ਕੁਲ ਮਾਹੇ, ਸਰਦਾਰੀ ਨਾ ਭਈ ਕਦਾਹੇ, ਤਿੰਨ ਤੇ ਗਏ ਸਰਦਾਰ ਬਣਾऊं, ਰਾਜ ਕਰਨ ਕੋ ਵੱਲ ਸਮਝਾऊं। ਇਹ 10ਵੇਂ ਪਾਤਸ਼ਾਹ ਦਾ ਕੌਲ ਹੈ ਇਹਨਾਂ ਲੋਕਾਂ ਦੇ ਨਾਲ, ਔਰ ਇਹ ਕੌਲ ਪੂਰੇ ਹੋਣੇ ਚਾਹੀਦੇ ਨੇ। ਅਸੀਂ ਇਮੋਸ਼ਨਲ ਤੌਰ ਦੇ ਉੱਤੇ ਤਾਂ ਮੈਨੂੰ ਲੱਗਦਾ ਹੈ ਕਿ ਬਾਕੀ ਸਾਰੇ ਅਸੀਂ ਅਜ਼ਮਾ ਲਏ, ਤੇ ਆ ਇੱਕ ਰਹਿ ਗਿਆ, ਇਹ ਵੀ ਦੇਖ ਲੈਂਦੇ ਆ ਕਿ ਕਿਸ ਤਰ੍ਹਾਂ ਦਾ ਨਿਪਟਦਾ ਹੈ। ਤਾਂ ਸਾਰਿਆਂ ਤੋਂ ਜਿਹੜੀ ਬ੍ਰਾਈਟ ਸਟਾਰ ਇਸ ਵੇਲੇ ਸਭ ਤੋਂ ਚਮਕਦਾ ਸਿਤਾਰਾ ਤਾਂ ਸਾਨੂੰ ਨਜ਼ਰ ਆਉਂਦਾ ਜਿਹੜਾ ਇਸ ਸਿਆਸੀ ਅਸਮਾਨ ਦੇ ਵਿੱਚ, ਉਹ ਨਵੇਂ ਗੱਠਜੋੜ ਦਾ ਹੀ ਹੈ, ਜਿਸ ਦੇ ਵਿੱਚ ਲਾਲੂ ਪ੍ਰਸਾਦ, ਨਿਤੀਸ਼ ਕੁਮਾਰ, ਮਮਤਾ ਇਤਿਆਦ, ਔਰ ਹੋ ਸਕਦਾ ਕਾਂਗਰਸ ਵੀ ਉਹਦੇ ਵਿੱਚ ਮਿਲ ਜਾਵੇ। ਤਾਂ ਇਹ ਠੀਕ ਲੱਗਦਾ ਹੈ ਸਿੱਖ ਪੁਆਇੰਟ ਆਫ ਵਿਊ ਤੋਂ, ਕਿਉਂਕਿ ਇਹਨਾਂ ਦਾ ਮਕਸਦ ਕਿਸੇ ਨੂੰ ਖਤਮ ਕਰਨਾ ਨਹੀਂ, ਕਿਸੇ ਨੂੰ ਸਪਰੈਸ ਕਰਨਾ ਨਹੀਂ, ਕਿਸੇ ਦੇ ਉੱਤੇ ਰਾਜ ਠੋਸਣਾ ਨਹੀਂ। ਇਹਨਾਂ ਦਾ ਮਕਸਦ ਲੋਕਾਂ ਨੂੰ ਨਾਲ ਲੈ ਕੇ ਉਹਨਾਂ ਦੀ ਮਰਜ਼ੀ ਦੇ ਨਾਲ ਰਾਜ ਕਰਨਾ ਹੈ। ਜੀ ਸ਼ੁਕਰੀਆ ਗੁਰਤੇਜ ਸਿੰਘ ਜੀ, ਧੰਨਵਾਦ ਤੁਹਾਡਾ। ਤੁਹਾਡਾ ਵੀ ਧੰਨਵਾਦ ਸੁਖਵਿੰਦਰ ਜੀ। ਸੋ ਮੇਰੇ ਨਾਲ ਮੌਜੂਦ ਸਨ ਸਾਬਕਾ ਆਈਐਐਸ ਸਰਦਾਰ ਗੁਰਤੇਜ ਸਿੰਘ। ਸੀਮਤ ਸਮੇਂ ਦੇ ਵਿੱਚ ਰਹਿ ਕੇ ਪੰਜਾਬ ਤੇ ਪੰਥਕ ਮਸਲਿਆਂ ਦੇ ਉੱਤੇ ਚਰਚਾ ਕੀਤੀ ਹੈ। ਉਮੀਦ ਕਰਦੇ ਹਾਂ ਭਾਈ ਅਮਰਪਾਲ ਸਿੰਘ ਉਹਨਾਂ ਮੁੱਦਿਆਂ ਨੂੰ ਸਮਝਣਗੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਸਰਦਾਰ ਗੁਰਤੇਜ ਸਿੰਘ ਉਹਨਾਂ ਨੇ ਫੋਕਸ ਕਰਕੇ ਕਿਹਾ ਕਿ ਰੂਟ ਮੈਪ ਦੀ ਦੁਨੀਆ, ਖਾਲਿਸਤਾਨ ਦੀ ਗੱਲ ਜਿਹੜੀ ਆ ਉਹ ਇੱਕ ਵੱਖਰਾ ਕਨਸੈਪਟ ਹੈ। ਹਾਲ ਦੀ ਘੜੀ ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ। ਇਹਨਾਂ ਮਸਲਿਆਂ ਦੇ ਉੱਤੇ ਹੋਰ ਚਰਚਾ ਅੱਗੇ ਵਧਣੀ ਚਾਹੀਦੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।